ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਚਰਨਾਂ ਦਾ ਨਿਗਮਾਨ ਰਹੀ। ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, नेता प्रत दी तरह अज भी सत्संग के रूप में जुड़न का सुभाग मिले। आओ इस वक्त नूं सफला बनाइए। सतगुरां दी पावन महिमा दे विचों आप जी ने सरवण कीता। सिद्ध मंडली दे विच शंभूनाथ ते मंगलनाथ जी दे विच विवाद हो रहा है। पर मंगलनाथ दीयां गल्लां ने शंभूनाथ नूं शीशा विखाया। जिस नूं अपने आप दे विच कदे कोई गलती ते अवगुण नहीं दसदा। मंगलनाथ दीयां गल्लां नूं सुन के गोपी चंद जी ने उन्हां दी तारीफ की है। वाकई साधु का जीवन ऐसा अडोल होना चाहिए। इन्हां सारे प्रकरणों का आनंद आप जी ने माणे है। आओ कुछ समा मन चित बिरतियां नूं एकाग्र चित बनाइए। प्रेम दी पाओ सांझ बख्शो आसीस। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। दोहरा चिरंकाल तर मन शुष्क। श्री गुर पग जल प्रेम। महाकवि भाई संतोख सिंह जी नवे प्रसंगां दी आरंभता दे विच मंगलाचरण करदे ने। कहंदे मन साडा एक सुक रिहा वृक्ष है, रुख है। जे रुख नूं पानी ना मिले तो सुक जाता है, ते सुके हुए दा वजूद बहुती देर नहीं रहिंदा। पर जे सुकदे रुख नूं दरख्त नूं पानी मिल जावे, हरिया भरिया हो जाता है। कहंदे मन मेरा दुनियावी झगड़े झमेलियां दे विच रब वाले पासे तो बिल्कुल ही सुक गया सी, याद ही नहीं रहा। पर गुरु दे बचनां दा प्रेम जल जदों इस मन दीयां जड़ां विच पिया ते मन हरिया भरिया होण लग पिया। हरिया भी ऐसा फलदार वृक्ष दी तरह शुभ गुण चंगे कर्म इनू लगन लग पए। सींच भले करके हरियो। कहूं कथा देखी। मैं अपने मन नू महाकवि भाई संतोख सिंह शरदा नाल लिखदे आ
ਕਹਿੰਦੇ ਗੁਰੂ ਦੇ ਪ੍ਰੇਮ ਜਲ ਨਾਲ ਸਿੰਜ ਸਿੰਜ ਕੇ ਮੈਂ ਇੰਨਾ ਹਰਿਆ ਭਰਿਆ ਕਰ ਲਿਆ। ਰੁੱਖ ਹਰਾ ਹੋਵੇ ਪੰਛੀ ਵੀ ਬਹਿਣ ਆਉਂਦੇ ਆ, ਆਲਣੇ ਪਾਉਂਦੇ ਆ। ਰੁੱਖ ਹਰਾ ਭਰਾ ਹੋਵੇ ਮਨੁੱਖ ਨੂੰ ਵੀ ਸੋਹਣਾ ਲੱਗਦਾ ਹੈ। ਕਹਿੰਦੇ ਜਦੋਂ ਮਨ ਮੇਰਾ ਗੁਰੂ ਪ੍ਰੇਮ ਦੇ ਨਾਲ ਹਰਿਆ ਭਰਿਆ ਹੋ ਗਿਆ ਤੇ ਮੈਂ ਇਸ ਮਨ ਦੇ ਨਾਲ ਹੁਣ ਗੁਰੂ ਨਾਨਕ ਸਾਹਿਬ ਦੀ ਕਥਾ ਨੂੰ ਲਿਖਣ ਲੱਗਾ, ਗਾਉਣ ਲੱਗਾ। ਸਾਡਾ ਮਨ ਖੁਸ਼ ਹੋਵੇ ਤੇ ਬਾਣੀ ਪੜ੍ਹ ਕੇ ਚਾਅ ਤੇ ਆਨੰਦ ਪੈਦਾ ਹੁੰਦਾ ਹੈ। ਕਿਸੇ ਕਾਰਨ ਕਰਕੇ ਅਸੀਂ ਘਰੋਂ ਦੁਖੀ ਹੋਈਏ, ਕਿਸੇ ਵੀ ਕਾਰਨ ਕਰਕੇ ਬਾਣੀ ਪੜ੍ਹਨ ਨੂੰ ਜੀ ਨਹੀਂ ਕਰਦਾ, ਨਾਮ ਜਪਣ ਨੂੰ ਚਿੱਤ ਨਹੀਂ ਕਰਦਾ, ਸਤਸੰਗ ਵਿੱਚ ਬੈਠਿਆ ਨਹੀਂ ਜਾ ਸਕਦਾ, ਕਿਉਂਕਿ ਕਲਯੁਗ ਦੀ ਬਿਰਤੀ ਦੁਆਰਾ ਸੰਗਤ ਵਿੱਚ ਬਹਿਣਾ ਔਖਾ ਹੋ ਰਿਹਾ ਹੈ। ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਇਹ ਪਾਵਨ ਮਹਿਮਾ, ਕਹਿੰਦੇ ਮੈਂ ਇਸ ਮਨ ਦੁਆਰਾ ਹੀ ਲਿਖ ਰਿਹਾ, ਕਿਉਂਕਿ ਇਹ ਮਨ ਪਹਿਲਾਂ ਤੇ ਪਤਝੜ ਵਿੱਚ ਆਇਆ ਸੀ, ਹੁਣ ਹਰਿਆ ਬਾਗ ਹੋ ਗਿਆ। ਕਹਿੰਦੇ ਹੁਣ ਇਹੀ ਹਿਰਦਾ ਰੱਬ ਦੇ ਪਿਆਰ ਵਿੱਚ ਭਿੱਜ ਕੇ ਉਹਦੀ ਮਹਿਮਾ ਗਾਵੇਗਾ। ਸ਼੍ਰੀ ਬਾਲਾ ਸੰਧਰ ਵਾਚ ਅੜਲ ਤਬ ਗੋਰਖ ਨੇ ਬੋਲ ਪੱਥਰੀ ਸੋਂ ਕਹੀ। ਉਸ ਵੇਲੇ ਦਾ ਜ਼ਿਕਰ ਕਰਦੇ ਨੇ ਭਾਈ ਬਾਲਾ ਜੀ। ਸ਼੍ਰੀ ਬਾਲਾ ਸੰਧਰ ਵਾਚ ਗੁਰੂ ਅੰਗਦ ਦੇ ਪਾਤਸ਼ਾਹ ਜੀ ਨੂੰ ਸੁਣਾਉਂਦੇ ਨੇ। ਕਹਿੰਦੇ ਮਹਾਰਾਜ ਜਦੋਂ ਸ਼ੰਭੂਨਾਥ, ਮੰਗਲਨਾਥ ਤੇ ਗੋਪੀ ਚੰਦ ਆਪਸ ਵਿੱਚ ਭਿੜੇ ਨੇ, ਐਸੀ ਚਰਚਾ ਹੋਈ ਹੈ, ਐਸਾ ਵਿਵਾਦ ਹੋਇਆ। ਮੰਗਲਨਾਥ ਦੀਆਂ ਗੱਲਾਂ ਖਰੀਆਂ ਸੀ, ਸੱਚੀਆਂ ਸੀ, ਬੇਦਾਗ ਸਨ, ਬੇਪਰਵਾਹੀ ਵਾਲੀਆਂ ਸੀ। ਪਰ ਸ਼ੰਭੂਨਾਥ ਜੀ ਨੂੰ ਆਪਣੇ ਆਪ 'ਚ ਔਗਣ ਨਹੀਂ ਸੀ ਦਿਸਦਾ। ਜਿਹਨੂੰ ਦੁਨੀਆ ਤੇ ਬੁਰੀ ਲੱਗਦੀ ਸੀ, ਗੁਰੂ ਵੀ ਬੁਰਾ ਲੱਗਦਾ ਸੀ, ਪਰ ਆਪਣਾ ਆਪ ਚੰਗਾ ਲੱਗਦਾ ਸੀ ਤੇ ਵੱਡਾ ਤੇ ਸਿਆਣਾ ਲੱਗਦਾ ਸੀ। ਕਹਿੰਦੀ ਉਹਦੀਆਂ ਗੱਲਾਂ ਨੇ ਝੁਕਾ ਦਿੱਤਾ। ਬੇਸ਼ੱਕ ਸ਼ੰਭੂਨਾਥ ਚੁੱਪ ਹੋ ਕੇ ਬਹਿ ਗਿਆ, ਬੇਵੱਸ ਹੈ, ਨਹੀਂ ਬੋਲਦਾ। ਉਸ ਵੇਲੇ ਗੋਰਖਨਾਥ ਗੁਰੂ ਆਖਣ ਲੱਗੇ, ਕਹਿੰਦੇ ਹੇ ਸਿੱਧ ਜਨੋ, ਵਾਦ ਵਿਵਾਦ ਛੱਡੋ, ਆਪਾਂ ਝਗੜਨ ਵਾਸਤੇ ਨਹੀਂ ਆਏ। ਕਿਉਂ ਝਗੜਾ ਕਰਦੇ ਆ? ਕੌਣ ਵੱਡਾ ਤੇ ਕੌਣ ਛੋਟਾ? ਸਾਡੇ ਝਗੜੇ ਦੇ ਨਾਲ ਨਾ ਤੇ ਕਿਸੇ ਦੀ ਵਡਿਆਈ ਹੋਣੀ ਤੇ ਨਾ ਕਿਸੇ ਦੀ ਨਿੰਦਿਆ ਹੋਣੀ। ਕੁਛ ਨਹੀਂ ਅਸੀਂ ਕਿਸੇ ਦਾ ਵਿਗਾੜ ਸਕਦੇ। ਇੱਕ ਮਨ ਦਾ ਵਹਿਮ ਹੁੰਦਾ, ਮੈਂ ਕਿਸੇ ਦੀ ਬੁਰਾਈ ਕਰੂੰਗਾ, ਕਿਸੇ ਦੀ ਨਿੰਦਿਆ ਵਿੱਚ ਸਮਾਂ ਖਰਾਬ ਕਰੂੰ, ਸ਼ਾਇਦ ਉਹਦਾ ਕੁਝ ਘਟ ਜਾਵੇ। ਵੱਡੇ ਵੱਡੇ ਪਰਬਤਾਂ ਦੇ ਨਾਲ ਜੇ ਹਾਥੀਆਂ ਦੇ ਝੁੰਡ ਟੱਕਰਾਂ ਵੀ ਮਾਰਨ ਲੱਗ ਜਾਣ ਨਾ, ਪਰਬਤ ਪਹਾੜਾਂ ਦਾ ਕੁਝ ਨਹੀਂ ਜਾਂਦਾ, ਨੁਕਸਾਨ ਹੁੰਦਾ ਹਾਥੀਆਂ ਦਾ। ਗੁਰੂ ਨਾਨਕ ਸਾਹਿਬ ਮਹਾਰਾਜ ਜਿਨ੍ਹਾਂ ਦੇ ਪਿਆਰ ਦੇ ਵਿੱਚ ਸਿੱਧ ਮੰਗਲਨਾਥ ਨੇ ਬਚਨ ਆਖੇ ਨੇ, ਪਰ ਸ਼ੰਭੂਨਾਥ ਤੋਂ ਜਰੇ ਨਾ ਗਏ, ਕਿਉਂਕਿ ਉਹ ਆਪਣੇ ਸੱਜਣ ਦੀ ਮਹਿਮਾ ਕਰ ਹੀ ਨਹੀਂ ਸਕਦਾ। ਹਉਮੈ ਦਾ ਭਰਿਆ ਮਨੁੱਖ ਸੋਹਣੇ ਨੂੰ ਸੋਹਣਾ ਨਹੀਂ ਕਹਿ ਸਕਦਾ, ਚੰਗੇ ਨੂੰ ਚੰਗਾ ਕਹਿ ਨਹੀਂ ਸਕਦਾ, ਕਿਉਂਕਿ ਉਹਨੂੰ ਲੱਗਦਾ ਜੇ ਮੈਂ ਕਹਿ ਦਿੱਤਾ ਸ਼ਾਇਦ ਮੇਰਾ ਪਤਾ ਨਹੀਂ ਕੀ ਨੁਕਸਾਨ ਹੋ ਜਾਣਾ ਹੈ। ਪਰ ਉਸ ਵੇਲੇ ਗੁਰੂ ਗੋਰਖ ਆਖਣ ਲੱਗੇ, ਭਰਥਰੀ ਜੋ ਇੱਕ ਰਾਜੇ ਹੋਏ ਨੇ ਪਰ ਅੱਜ ਸਿੱਧ ਨੇ, ਭਰਥਰੀਨਾਥ ਜਰਾ ਕੋਲ ਆਈਏ। ਭਰਥਰੀ ਜੀ ਕੋਲ ਆਏ ਨੇ, ਆਪਣੇ ਗੁਰੂ ਗੋਰਖ ਨੂੰ ਮੱਥਾ ਟੇਕਿਆ, ਪਾਸ ਬੈਠ ਗਏ। ਗੋਰਖ ਜੀ ਆਖਣ ਲੱਗੇ ਨੇ, ਮੇਰੇ ਬਚਨਾਂ ਨੂੰ ਬੜੀ ਸੁਹਿਰਦਤਾ ਨਾਲ ਸੁਣਿਓ, ਤੁਸੀਂ ਬੜੇ ਸਿਆਣੇ ਹੋ। ਜਾਵ ਹੋ ਤੁਬ ਅਮਤ ਹਾਂ ਆਨ ਇਹ ਥਾਂ ਸਹੀ। ਜੇ ਤੁਸੀਂ ਸਾਡੀ ਗੱਲ ਮੰਨੋ, ਅਮਕੇ ਥਾਂ, ਅਮਕੇ ਤੋਂ ਭਾਵ ਫਲਾਣੀ ਥਾਂ ਜਿੱਥੇ ਗੁਰੂ ਨਾਨਕ ਪਾਤਸ਼ਾਹ ਬੈਠੇ ਆ, ਤੁਹਾਡਾ ਜਾਣਾ ਬਣਦਾ ਹੈ। ਤੁਸੀਂ ਆਪ ਜਾਓ, ਕਿਉਂਕਿ ਰੁਤਬਾ ਵੱਡਾ ਹੈ, ਅਹੁਦਾ ਵੱਡਾ ਹੈ, ਤੇ ਬੰਦਗੀ ਵਿੱਚ ਵੀ ਭਰਥਰੀ ਬਹੁਤ ਵੱਡੇ ਨੇ। ਕਦੇ ਸਮਾਂ ਸੀ ਮਹਾਰਾਜ ਬਚਨ ਕਰਕੇ ਆਏ ਸੀ, ਤੈਨੂੰ ਫੇਰ ਮਿਲਾਂਗੇ। ਬੜੇ ਸਤਿਕਾਰ ਸਹਿਤ ਗੋਰਖਨਾਥ ਜੀ ਨੇ ਆਖਿਆ, ਕਹਿੰਦੇ ਜੇ ਤੁਸੀਂ ਜਾ ਆਓ, ਖੇਚਲ ਕਰੋ ਤੇ ਮੇਰੇ ਵੱਲੋਂ ਬੇਨਤੀ ਹੈ। ਭਰਥਰੀ ਨੇ ਵੇਖਿਆ ਵੀ ਗੁਰੂ ਗੋਰਖ ਬੇਨਤੀ ਕਰਦੇ ਆ, ਇਹ ਚੰਗਾ ਨਹੀਂ। ਗੁਰੂ ਦਾ ਤੇ ਹੁਕਮ ਹੁੰਦਾ ਹੈ, ਸਿੱਖ ਦਾ ਫਰਜ਼, ਸਿੱਧ ਦਾ ਫਰਜ਼, ਸੇਵਕ ਦਾ ਫਰਜ਼ ਗੁਰੂ ਦਾ ਹੁਕਮ ਕਮਾਉਣਾ ਹੁੰਦਾ ਏ। ਸਰਬ ਸਿੱਧ ਸੋ ਮਿਲੇ
ਜਬੈ ਚਲ ਆਏ ਤੇ ਹੈ। ਜੇ ਤੁਸੀਂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪਿਆਰ ਦਾ ਸੱਦਾ ਦੇ ਕੇ ਸਿੱਧ ਮੰਡਲੀ ਚ ਲੈ ਆਓ, ਗੋਰਖਨਾਥ ਕਹਿੰਦੇ ਆ ਹੁਣ ਉੱਥੇ ਕੱਲੇ ਕੱਲੇ ਨੂੰ ਜਾਣਾ ਪੈਂਦਾ। ਕਹਿੰਦੇ ਗੁਰੂ ਸਾਹਿਬ ਸਾਰਿਆਂ ਨੂੰ ਮਿਲ ਲੈਣਗੇ ਤੇ ਸਾਰੇ ਸਿੱਧ ਸਤਿਗੁਰਾਂ ਦੇ ਦਰਸ਼ਨ ਕਰ ਲੈਣਗੇ। ਬੇਸ਼ੱਕ ਗਿਣਤੀ ਵਿੱਚ ਵੱਡੇ ਸਿੱਧ 84 ਨੇ, ਪਰ ਇੱਥੇ ਤੇ ਸੈਂਕੜੇ ਸਿੱਧ ਬੈਠੇ, ਸੈਂਕੜੇ ਸਿੱਧ। ਜਿਵੇਂ ਆਪਣੇ ਪੰਥ ਵਿੱਚ ਚੜ੍ਹਦੀ ਕਲਾ ਵਾਲੇ ਸਿੰਘਾਂ ਦਾ ਜੇ ਇਤਿਹਾਸ ਆਉਂਦਾ ਹੈ, ਪਿਆਰੇ 5 ਹੀ ਹੋਏ ਨੇ, ਸਾਹਿਬਜ਼ਾਦੇ 4 ਹੀ ਹੋਏ ਨੇ, ਸ਼ਹੀਦ ਗਿਣਤੀ ਤਾਂ ਕੋਈ ਨਹੀਂ। ਲੱਖਾਂ ਦੇ ਹਿਸਾਬ ਨਾਲ ਸ਼ਹੀਦ ਇਸ ਕੌਮ ਵਿੱਚ ਹਨ। 10 ਲੱਖ ਦੀ ਗਿਣਤੀ ਅੱਜ ਤੱਕ ਦੀ ਹੈ ਸਿੰਘਾਂ ਦੀ ਸ਼ਹੀਦੀਆਂ ਦੀ। ਗੋਰਖਨਾਥ ਆਖਣ ਲੱਗੇ ਨੇ ਜੇ ਤੁਸੀਂ ਜਾ ਕੇ ਨਿਮਰਤਾ ਨਾਲ ਲੈ ਆਓ, ਕਿਉਂਕਿ ਗੁਰੂ ਬਾਬਾ ਜੀ ਵੱਡੇ ਆ ਸਾਡੇ ਤੋਂ, ਵਡਿਆਈ ਵਾਲੇ, ਤੇ ਸਾਰੇ ਦੇ ਸਾਰੇ ਸਿੱਧ ਮਿਲ ਲੈਣਗੇ। ਬੜਿਆਂ ਦੇ ਮਨ ਵਿੱਚ ਸ਼ੰਕੇ ਹੋ ਸਕਦੇ ਆ, ਵਿਵਾਦ ਹੋ ਸਕਦੇ ਆ, ਬੁਰੇ ਖਿਆਲ ਹੋ ਸਕਦੇ ਆ। ਭਰਤਰੀ ਸੁਣ ਕੇ ਬੜੇ ਪ੍ਰਸੰਨ ਹੋਏ, ਕਿਉਂਕਿ ਉਹ ਵੀ ਸਤਿਗੁਰਾਂ ਨੂੰ ਪ੍ਰੇਮ ਕਰਦੇ ਆ, ਉਹ ਵੀ ਗੁਰੂ ਨਾਨਕ ਸਾਹਿਬ ਨਾਲ ਅੰਦਰੋਂ ਮੁਹੱਬਤ ਕਰਦੇ ਨੇ। ਹੁਣ ਲੇਹ ਦਰਸ ਕੋ ਦੇਹ ਭਲੇ ਸੁਖ ਪਾਏ ਹੈ। ਗੁਰੂ ਦਾ ਬਚਨ ਹੈ, ਕਹਿੰਦੇ ਨਾਲੇ ਅਸੀਂ ਉਹਨਾਂ ਦੇ ਦਰਸ਼ਨ ਕਰਾਂਗੇ, ਉਹ ਸਾਡੇ ਕਰ ਲੈਣਗੇ। ਆਦਾਨ ਪ੍ਰਦਾਨ, ਅਸੀਂ ਉਹਨਾਂ ਦੇ ਦੀਦਾਰ ਕਰ ਲਾਂਗੇ, ਉਹ ਸਾਡੇ ਕਰ ਲੈਣਗੇ। ਅਸੀਂ ਉਹਨਾਂ ਦੇ ਬਚਨ ਸੁਣਾਂਗੇ, ਉਹ ਸਾਡੇ ਸੁਣ ਲੈਣਗੇ। ਜਦੋਂ ਤੱਕ ਆਮੋ ਸਾਹਮਣੇ ਨਹੀਂ ਹੋਵਾਂਗੇ, ਜਦੋਂ ਤੱਕ ਦਰਸ਼ਨ ਦੀਦਾਰ ਨਹੀਂ ਹੋਣਗੇ, ਉਦੋਂ ਤੱਕ ਮਨ ਮੁਟਾਵ ਨਹੀਂ ਜਾਣਗੇ। ਕਿਉਂਕਿ ਗੋਰਖ ਜੀ ਚਾਹੁੰਦੇ ਆ ਗੁਰੂ ਨਾਨਕ ਸਾਹਿਬ ਇੱਥੇ ਆਉਣ, ਸਾਰੇ ਸਿੱਧ ਇਕੱਠੇ ਹੋ ਕੇ ਚਰਚਾ ਕਰਨ, ਜਾਂ ਅਸੀਂ ਹਾਰ ਜਾਾਂਗੇ ਜਾਂ ਉਹ ਹਾਰ ਜਾਣਗੇ। ਪਰ ਜਿਹੜਾ ਹਾਰੇਗਾ ਉਹਨੂੰ ਮੱਤ ਤੇ ਆਊਗੀ, ਸਮਝ ਤੇ ਆਊਗੀ। ਹੁਣ ਸ਼ੰਭੂਨਾਥ ਹਾਰ ਕੇ ਆਇਆ ਹੈ, ਪਰ ਆਪਣਿਆਂ 'ਚ ਬਹਿ ਕੇ ਮਾਣ ਕਰਦਾ, ਅਕਲ ਨਹੀਂ ਆਈ, ਮੱਤ ਨਹੀਂ ਆਈ, ਕਿਉਂਕਿ ਉਹ ਮੱਤ ਲੈਣ ਨਹੀਂ ਗਿਆ, ਮੱਤ ਦੇਣ ਗਿਆ ਸੀ। ਜੋ ਇਨਸਾਨ ਹਮੇਸ਼ਾ ਦੂਜੇ ਨੂੰ ਸਮਝਾਉਣ ਦੀ ਕੋਸ਼ਿਸ਼ ਕਰੇ, ਉਹ ਆਪ ਕੁਝ ਵੀ ਸਮਝਣਾ ਚਾਹੁੰਦਾ ਨਹੀਂ। ਗੁਰੂ ਨਾਨਕ ਸਾਹਿਬ ਦੇ ਪਰਥਾਏ ਜਿਸ ਵੇਲੇ ਭਰਤਰੀ ਨੂੰ ਬਚਨ ਆਖੇ, ਉਹਨਾਂ ਗੁਰੂ ਦੇ ਬਚਨਾਂ ਨੂੰ ਸੁਣ ਕੇ ਆਪਣਾ ਸੀਸ ਨਵਾਇਆ ਏ। ਕਹਿਤ ਭਰਤਰੀ ਬੈਨ ਮਿਲਿਓ ਜਬ ਆਦਹੀ, ਸੁਣਿਓ ਤਬੈ ਸ਼ੁਭ ਤਤ ਭਇਓ ਅਹਲਾਦਹੀ। ਭਰਤਰੀ ਜੀ ਕਹਿੰਦੇ ਮੈਂ ਕਿਹੜਾ ਅੱਜ ਪਹਿਲੀ ਵਾਰ ਮਿਲਣ ਚੱਲਿਆ, ਕੋਈ ਸਮਾਂ ਸੀ ਗੁਰੂ ਨਾਨਕ ਸਾਹਿਬ ਮਹਾਰਾਜ ਮੈਨੂੰ ਮਿਲੇ, ਦਰਸ਼ਨ ਦੀਦਾਰ ਹੋਏ, ਮੁਲਾਕਾਤ ਹੋਈ। ਮਿਲਣ ਤੋਂ ਬਾਅਦ ਸਤਿਗੁਰਾਂ ਦੇ ਨਾਲ ਮੈਂ ਇੱਕ ਬਚਨ ਕੀਤਾ ਸੀ, ਮਹਾਰਾਜ ਦੀਦਾਰ ਕਦੋਂ ਹੋਣਗੇ। ਤੇ ਗੁਰੂ ਨਾਨਕ ਸਾਹਿਬ ਕਹਿੰਦੇ ਸੀ ਇੱਕ ਵਕਤ ਆਏਗਾ ਆਪਾਂ ਜ਼ਰੂਰ ਮਿਲਾਂਗੇ। ਖੁਸ਼ ਹੋ ਕੇ ਭਰਤਰੀ ਕਹਿੰਦੇ ਮੈਨੂੰ ਅੱਜ ਖੁਸ਼ੀ ਹੈ, ਮੈਨੂੰ ਚਾਹ ਹੈ, ਮੈਨੂੰ ਉਤਸ਼ਾਹ ਹੈ ਵੀ ਸ਼ਾਇਦ ਅੱਜ ਉਹ ਵੇਲਾ ਆ ਗਿਆ ਜਦੋਂ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮਿਲਣ ਚੱਲਿਆ। ਚਲੋ ਕਿਸੇ ਬਹਾਨੇ ਸਹੀ, ਉਸ ਸੱਜਣ ਪਿਆਰੇ ਦੀ ਦੀਦਾਰ ਹੀ ਸਹੀ, ਦਰਸ਼ਨ ਹੀ ਸਹੀ। ਜੇ ਮੈਨੂੰ ਮਿਲਣ ਦਾ ਸੁਭਾਗ ਮਿਲਿਆ ਤੇ ਸਿੱਧ ਮੰਡਲੀ 'ਚ ਸੱਦਾ ਦੇਣ ਦਾ ਸੁਭਾਗ ਮਿਲਿਆ, ਕਹਿੰਦੇ ਇਹ ਤੋਂ ਵੱਡਾ ਕਰਮ ਮੇਰਾ ਕੀ ਹੋ ਸਕਦਾ ਏ। ਗੁਰੂ ਜੀ ਪਰਮਾਤਮਾ ਤੁਹਾਨੂੰ ਵੀ ਸਦਾ ਸਮੱਤ ਚੜ੍ਹਦੀ ਕਲਾ ਦੇਣ, ਇਹ ਸੇਵਾ ਮੇਰੀ ਝੋਲੀ ਪਾਈ ਐ। ਅਬ ਤੁਮ ਆਏ ਸਮਾਨ ਜਾਏ ਮੈਂ ਆਨਹੋ, ਹੋ ਬੰਦ ਅਗਾਰੀ ਹਾਥ ਬਿਨੰਤ ਬਖਾਣ ਹੋ। ਗੋਰਖਨਾਥ ਨੂੰ ਪੁੱਛਦੇ ਆ ਗੁਰੂ ਜੀ ਉਹਨਾਂ ਨੂੰ ਲੈ ਕੇ ਕਿਵੇਂ ਆਵਾਂ, ਫਿਰ ਕੀ ਆਖਾਂ ਤੁਹਾਡੇ ਵੱਲੋਂ। ਗੋਰਖਨਾਥ ਕਹਿੰਦੇ ਤੂੰ ਗੁਰੂ ਨਾਨਕ ਪਾਤਸ਼ਾਹ ਨੂੰ ਜਾਣਦਾ ਹੈ, ਤੂੰ ਮਿਲਿਆ ਹੋਇਆ, ਤੂੰ ਪ੍ਰੇਮ ਕਰਦਾ ਹੈ, ਉਹ ਤੇਰੇ ਨਾਲ ਪ੍ਰੇਮ ਕਰਦੇ ਆ, ਆਪਣੀ ਮੁਹੱਬਤ ਦੇ ਪਿਆਰ 'ਚ ਖਿੱਚ ਕੇ ਲਾਇਆ। ਭਰਤਰੀ ਕਹਿੰਦਾ ਜੀ ਸਤ ਬਚਨ, ਖੁਸ਼ੀ ਹੋਈ ਨਾ ਵੀ ਉਸ ਮਹਿਬੂਬ ਨੂੰ ਮਿਲਣ ਦਾ ਸੁਭਾਗ ਮਿਲਦਾ ਜਿਹਨੂੰ ਮਿਲਣ ਵਾਸਤੇ ਦੁਨੀਆ ਤਰਸਦੀ ਹੈ। ਉਹ ਰੱਬ ਪਿਆਰਾ ਗੁਰੂ ਨਾਨਕ। ਅੱਖਾਂ 'ਚ ਅਥਰੂ ਆ ਗਏ, ਚਿਹਰੇ ਤੇ ਮੁਸਕਰਾਹਟ ਹੈ, ਗੱਲਾਂ ਤੇ ਲਾਲੀ ਹੈ। ਮਿਲਣ ਵਾਸਤੇ ਉੱਠੇ ਨੇ, ਪਹਿਲਾਂ ਤੇ ਆਪਣੇ ਗੁਰੂ ਨੂੰ 7 ਵਾਰ ਨਮਨ ਕੀਤਾ, ਮੱਥਾ ਟੇਕਿਆ ਵੀ ਸ਼ੁਕਰ ਹੈ ਤੇਰਾ, ਤੂੰ ਮੈਨੂੰ ਉਸ ਰੱਬ ਨੂੰ ਮਿਲਣ ਵਾਸਤੇ ਬਹਾਨਾ ਤੇ ਦਿੱਤਾ ਨਾ ਕੋਈ।
ਤੇਰੇ ਆਖੇ ਮੈਂ ਚੱਲਿਆ ਹਾਂ ਮਿਲਣ ਵਾਸਤੇ, ਅਰਜ ਕਰਕੇ, ਬੇਨਤੀਆਂ ਕਰਕੇ, ਅਰਜ਼ੋਈਆਂ ਕਰਕੇ, ਗਲ ਪੱਲਾ ਪਾ ਕੇ ਉਹਨਾਂ ਨੂੰ ਲੈ ਕੇ ਆਵਾਂਗਾ। ਅਸ ਕਹਿ ਆਏ ਹਦੂਰ ਆਦੇਸ ਬਖਾਨੇ, ਹਰਖ ਧਾਰ ਔਰ ਮਿਲਿਓ ਜੋਰ ਕਰ ਪਾਨੇ। ਇਥੋਂ ਭਰਤਰੀ ਜੀ ਆਲੋਪ ਹੋਏ ਨੇ। ਜਿਸ ਪਰਬਤ ਤੇ ਗੁਰੂ ਨਾਨਕ ਸਾਹਿਬ ਬੈਠੇ ਆ, ਮੀਨਾ ਪਰਬਤ ਤੇ ਆ ਗਏ ਕੋਲੇ, ਆ ਕੇ ਨਮਸਕਾਰ ਕਰਕੇ ਕਹਿੰਦੇ ਬਾਬਾ ਜੀ ਆਦੇਸ਼ ਆਦੇਸ਼। ਗੁਰੂ ਨਾਨਕ ਸਾਹਿਬ ਸੁਭਾਵਕ ਬੈਠੇ ਸੀ। ਜਦੋਂ ਮਹਾਰਾਜ ਨੇ ਆਵਾਜ਼ ਸੁਣੀ ਨਾ ਭਰਤਰੀ ਦੀ, ਦੇਖੋ ਮੁਹੱਬਤ ਪ੍ਰੇਮ ਕਿੰਨਾ ਹੈ, ਆਵਾਜ਼ ਤੋਂ ਹੀ ਪਛਾਣ ਲਿਆ। ਇੱਕਦਮ ਉੱਠੇ, ਆਓ ਭਰਤਰੀ ਮਹਾਰਾਜ ਜੀ ਆਇਆ। ਆਦੇਸ਼ ਇੱਕ ਓੰਕਾਰ, ਆਦੇਸ਼ ਨਿਰੰਕਾਰ ਨੂੰ। ਭਰਤਰੀ ਕਹਿੰਦੇ ਬਾਬਾ ਆਦੇਸ਼ ਨਿਰੰਕਾਰ। ਲੰਮਿਆਂ ਪੈ ਕੇ ਗੁਰੂ ਨਾਨਕ ਸਾਹਿਬ ਜੀ ਦੇ ਚਰਨਾਂ ਤੇ ਡੰਡਾਉਤ ਬੰਦਨ ਕੀਤੀ। ਇਹ ਵੀ ਤੇ ਸਿੱਧ ਹੈ। ਤੇ ਗੁਰੂ ਬਾਬਾ ਜੀ ਨੇ ਸੀਸ ਤੇ ਹੱਥ ਰੱਖਿਆ, ਬੜੇ ਅਦਬ ਦੇ ਨਾਲ ਗਲਵਕੜੀ ਪਾਈ ਹੈ, ਪ੍ਰੇਮ ਕੀਤਾ, ਆਪਣੇ ਪਾਸ ਬਿਠਾਇਆ ਏ। ਚਲਿਏ ਦੀਨ ਦਿਆਲ ਮੇਰ ਕੇ ਉਪਰੇ। ਬੜੇ ਅਦਬ ਦੇ ਨਾਲ ਭਰਤਰੀ ਜੀ ਸਤਿਗੁਰਾਂ ਨੂੰ ਬੇਨਤੀ ਕਰਦੇ ਆ। ਗੁਰੂ ਬਾਬਾ ਜੀ ਕਹਿੰਦੇ ਮਹਾਂਪੁਰਖੋ ਹੁਕਮ ਕੀ ਲੈ ਕੇ ਆਏ ਹੋ? ਹੁਕਮ ਸਾਡੇ ਲਈ। ਕਹਿੰਦੇ ਬਾਬਾ ਹੁਕਮ ਨਹੀਂ, ਅਰਜ਼ ਲੈ ਕੇ ਆਇਆ, ਹਲੀਮੀ ਨਾਲ ਬੇਨਤੀ ਲੈ ਕੇ ਆਇਆ। ਕਿਰਪਾ ਕਰੋ ਸਮੇਰ ਦੀ ਟੀਸੀ ਤੇ ਆ ਜਾਓ, ਸਿਖਰ ਤੇ ਆ ਜਾਓ, ਸਿੱਧ ਮੰਡਲੀ ਵਿੱਚ ਜਾ ਕੇ ਆਪਣੇ ਚਰਨ ਪਾਓ। ਮੌਕਾ ਦਿਓ ਸਾਨੂੰ ਸੇਵਾ ਦਾ, ਦਰਸ਼ਨਾਂ ਦਾ, ਤਾਂ ਜੋ ਆਪ ਜੀ ਦੇ ਦਰਸ਼ਨ ਦੀਦਾਰ ਕਰਕੇ ਬਾਕੀਆਂ ਦੀ ਭ੍ਰਿਸ਼ਟ ਬੁੱਧੀ ਦੂਰ ਹੋ ਜਾਏ। ਹੱਸ ਪਏ ਗੁਰੂ ਨਾਨਕ ਸਾਹਿਬ, ਕਹਿੰਦੇ ਭਰਤਰੀ ਕੀ ਬਹਾਨੇ ਬਣਾ ਰਹੇ ਹੋ? ਕਹਿੰਦੇ ਮਹਾਰਾਜ ਬਹਾਨੇ ਇਹ ਬਣਾ ਰਹੇ ਆ ਵੀ ਕਿਸੇ ਬਹਾਨੇ ਤਾਂ ਕਿਸੇ ਨੂੰ ਤੁਹਾਡੇ ਦੀਦਾਰ ਹੋ ਜਾਵਣ। ਹੋ ਦਰਸ ਰਹਿਤ ਸਭ ਸਿੱਧ ਉਡੀਕਤ ਹਿਤ ਤਰੇ। ਸਾਹਿਬ ਜੀ ਸਾਰੇ ਸਿੱਧ ਤੁਹਾਡੀ ਉਡੀਕ ਕਰਦੇ ਆ, ਭਾਵੇਂ ਚੰਗੇ ਨੇ ਭਾਵੇਂ ਮਾੜੇ ਨੇ, ਦਰਸ਼ਨਾਂ ਦੀ ਚਾਹਤ ਰੱਖ ਰਹੇ ਆ। ਕਿਉਂਕਿ ਹਰ ਤਰ੍ਹਾਂ ਦਾ ਸਿੱਧ ਗੁਰੂ ਸਾਹਿਬ ਨੂੰ ਮਿਲਣਾ ਚਾਹੁੰਦਾ। ਭਾਵਨਾ ਵਾਲੇ ਤੇ ਚਲੋ ਇੱਕ ਪਾਸੇ ਉਹ ਤੇ ਮੱਥਾ ਟੇਕਣਾ ਚਾਹੁੰਦੇ, ਸਿੱਖਣਾ ਚਾਹੁੰਦੇ, ਸੁਣਨਾ ਚਾਹੁੰਦੇ ਆ। ਤੇ ਕੁਝ ਆਕੜ ਕੰਨੇ ਸੀ, ਉਹ ਬਹਿਸ ਕਰਨਾ ਚਾਹੁੰਦੇ ਸੀ ਵੀ ਅਸੀਂ ਬੈਠਾਂਗੇ ਗੱਲਬਾਤ ਕਰਾਂਗੇ, ਕਿਉਂਕਿ ਇਕੱਲੇ ਇਕੱਲੇ ਦੀ ਵਿਚਾਰ 'ਚ ਅਸੀਂ ਹਾਰ ਸਕਦੇ ਹਾਂ। ਜਦੋਂ ਅਸੀਂ ਇਕੱਠੇ ਹੋ ਕੇ ਗੁਰੂ ਨਾਨਕ ਸਾਹਿਬ ਨੂੰ ਘੇਰਾਂਗੇ, ਸ਼ਾਇਦ ਉਹਨਾਂ ਨੂੰ ਸੁੱਝੇ ਕੁਝ ਨਾ, ਉਹ ਹਾਰ ਜਾਣਗੇ, ਅਸੀਂ ਜਿੱਤ ਜਾਵਾਂਗੇ। ਸਤਿਗੁਰ ਤੇ ਸਾਰਾ ਕੁਝ ਜਾਣਦੇ ਆ, ਪਰ ਇਹ ਵੀ ਜਾਣਦੇ ਆ ਵੀ ਭਰਤਰੀ ਜੀ ਦੇ ਅੰਦਰ ਕੋਈ ਕਪਟ ਨਹੀਂ ਹੈ, ਛਲ ਨਹੀਂ ਹੈ। ਉਹ ਤੇ ਤਾਂ ਆਏ ਨਹੀਂ ਵੀ ਚਲੋ ਮਹਾਰਾਜ ਕਿਸੇ ਬਹਾਨੇ ਇਹਨਾਂ ਦਾ ਉਧਾਰੀ ਹੋ ਜੇ। ਆ ਪਾਪੀ ਜਿਹੜੇ ਆਪਣੇ ਆਪ ਨੂੰ ਘਮੰਡੀ ਸਮਝੀ ਬੈਠੇ ਆ, ਵੱਡੇ ਸਮਝੀ ਬੈਠੇ ਆ, ਇਹਨਾਂ ਨੂੰ ਵੀ ਪਤਾ ਲੱਗੇ ਅਸੀਂ ਖੂਹ ਦੇ ਡੱਡੂਗਾ, ਸਾਡੇ ਪੱਲੇ ਕੱਖ ਨਹੀਂ। ਬੋਲੇ ਪੰਕਜ ਨੈਣ ਕੀਨ ਸਨਮਾਨਿਐ, ਧਨ ਭਰਤਰੀ ਤੁਮੈ ਜੋਗ ਰਸ ਜਾਣਿਐ। ਭਰਤਰੀ ਦੇ ਪ੍ਰੇਮ ਦੇ ਬਚਨਾਂ ਨੂੰ ਸੁਣ ਕੇ ਗੁਰੂ ਬਾਬਾ ਜੀ ਕਹਿੰਦੇ ਭਰਤਰੀ ਜੀ ਨਮਸਕਾਰ ਪਹਿਲਾਂ ਤੁਹਾਨੂੰ, ਧੰਨੋ ਤੁਸੀਂ, ਧੰਨ ਤੁਹਾਡਾ ਯੋਗ, ਕਿਉਂਕਿ ਯੋਗ ਕਮਾਇਆ ਨਾ, ਉਹਨੇ ਬੰਦਗੀ ਕੀਤੀ। ਧੰਨ ਕਿਉਂ ਕਿਹਾ ਸਤਿਗੁਰਾਂ ਨੇ? ਉਹ ਪਰਉਪਕਾਰੀ ਨੇ, ਉਹ ਪਰਉਪਕਾਰ ਕਰਨਾ ਚਾਹੁੰਦੇ ਆ ਵੀ ਜੇ ਸਾਨੂੰ ਅਕਲ ਆ ਗਈ ਤੇ ਬਾਕੀਆਂ ਨੂੰ ਵੀ ਆ ਜਾਏ। ਚਾਹੇ ਕੋਈ ਹੰਕਾਰੀ ਹੈ, ਚਾਹੇ ਕੋਈ ਵਿਕਾਰੀ ਸਿੱਧ ਹੈ, ਜੇ ਗੁਰੂ ਨਾਨਕ ਸਾਹਿਬ ਦੀ ਸਵਲੜੀ ਨਜ਼ਰ ਹੋ ਗਈ ਤੇ ਸਿੱਧਾ ਨੂੰ ਸਿੱਧਾ ਹੋ ਕੇ ਚੱਲਣਾ ਪੈ ਜਾਣਾ। ਹੰਕਾਰ ਤੇ ਜਾਊ ਨਾ। ਇੱਕ ਹੰਕਾਰਿਆ ਕਈ ਰੋਗਾਂ ਦਾ ਸ਼ਿਕਾਰ ਹੁੰਦਾ ਤੇ ਕਈਆਂ ਨੂੰ ਲੈ ਪੈਂਦਾ। ਤੇ ਭਰਤਰੀ ਦਾ ਇੱਕ ਪਰਉਪਕਾਰ ਸੀ ਵੀ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਸਾਡੇ ਬਹਾਨੇ ਆ ਜਾਣ, ਕਈਆਂ ਦਾ ਨਿਸਤਾਰਾ ਹੋਏਗਾ, ਕਈਆਂ ਦਾ ਭਲਾ ਹੋ ਜਾਏਗਾ। ਚੰਦ ਬਦਨ ਤ੍ਰੈ ਤਜੀ ਦੇਸ਼ ਧਨ ਰਾਜ ਜੋ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਧੰਨ ਧੰਨ ਆਖਦੇ ਆ, ਭਾਈ ਮਰਦਾਨਾ ਸਤਿਗੁਰਾਂ ਦੇ ਮੁਖ ਵੱਲ ਵੇਖਦਾ ਤੇ ਪੁੱਛਦਾ, ਕਹਿੰਦੇ ਬਾਬਾ ਭਰਤਰੀ ਏਡਾ ਮਹਾਨ ਕਿਉਂ ਹੈ? ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ, ਇਹਦੇ ਵਰਗਾ ਯੋਗੀ, ਇਹਦੇ ਵਰਗਾ ਭੋਗੀ, ਇਹਦੇ ਵਰਗਾ ਰਾਜਾ, ਸ਼ਾਸਕ ਤੇ ਭਗਤ ਨਹੀਂ ਕੋਈ ਹੋ ਸਕਦਾ। ਰਾਜਾ ਵੀ ਏਡਾ ਵੱਡਾ ਸੀ, ਭਰਤਰੀ ਨੇ ਹਿੰਦੁਸਤਾਨ ਉੱਤੇ ਰਾਜ ਕੀਤਾ।
ਤੇ ਇਹਦੀਆਂ ਰਾਣੀਆਂ ਦਾ ਜੇ ਜ਼ਿਕਰ ਕਰੀਏ ਨਾ, ਮੁਮਤਾਜ਼ ਕੀ ਹੈ ਜਿਹਦੇ ਸਿਰ ਤੇ ਤਾਜ ਬਣਿਆ, ਉਹ ਕਿਹੜੀ ਮੁਮਤਾਜ਼ ਹੈ? ਐਡਾ ਹੁਸਨ ਨਹੀਂ ਸੀ, ਇੰਨੀ ਸੋਹਣੀ ਨਹੀਂ ਸੀ। ਭਾਰਤ ਵਰਸ਼ ਵਿੱਚ ਦ੍ਰੋਪਦੀ ਤੋਂ ਵੱਧ ਕੇ, ਰਾਧਾ ਤੋਂ ਵੱਧ ਕੇ ਜੇ ਕੋਈ ਸੋਹਣੀ ਸੀ, ਉਹ ਸੀ ਭਰਥਰੀ ਦੀ ਪਤਨੀ ਰਾਣੀ, ਤੇ ਜਿਹਦੇ ਵਿੱਚ 16 ਸ਼ਿੰਗਾਰ ਸਨ, 16 ਗੁਣ ਸਨ, 16 ਸ਼ਿੰਗਾਰਾਂ। ਬ੍ਰਹਮਾ ਵਰਗੇ ਵੀ ਜਿਹਦਾ ਰੂਪ ਵੇਖ ਕੇ ਮੋਹਿਤ ਹੋ ਜਾਂਦੇ ਸਨ। ਕਹਿੰਦੇ ਭਰਥਰੀ ਦੀ ਪਟਰਾਣੀ ਸੀ, ਪਟਰਾਣੀ ਰਾਣੀਆਂ ਨੂੰ ਮਾਤ ਪਾਉਂਦੀ, ਜਿਹਦੀ ਇੱਕ ਝਲਕ ਪਾਉਣ ਵਾਸਤੇ ਰਾਜੇ ਮਹਾਰਾਜੇ ਤਰਸਦੇ ਸਨ। ਸਤਿਗੁਰ ਕਹਿੰਦੇ ਐਸਾ ਵੱਡਾ ਧਨੀ ਰਾਜਾ ਜਿੱਦਣ ਤਿਆਗਣ ਤੇ ਆਇਆ, ਆਪਣੀ ਪਤਨੀ ਦਾ ਤਿਆਗ ਕਰ ਮੁੜ ਸੋਚਿਆ ਵੀ ਨਹੀਂ। ਆਖੋ ਸਤਨਾਮ। ਕਹਿੰਦੇ ਆਪਣੀ ਹੁਸੀਨ ਸੁੰਦਰ ਪਤਨੀ ਛੱਡ ਦਿੱਤੀ। ਹੈ ਕੋਈ ਏਦਾਂ ਦਾ ਮਾਇਆ ਨੂੰ ਤਿਆਗ ਦੇਵੇ? ਕੋਈ ਨਹੀਂ। ਹਾਂ, ਕਿਸੇ ਕਾਰਨ ਵਸ ਕੋਈ ਕਿਸੇ ਨੂੰ ਛੱਡੇ ਤੇ ਬੰਦੇ ਫਿਰ ਵੀ ਜਤਾਉਂਦੇ, ਮੈਂ ਛੱਡਿਆ ਫਲਾਣੀ, ਮੈਂ ਹਉਮੈ ਛੱਡ ਦਿੱਤੀ, ਮੈਂ ਪਦਾਰਥ ਛੱਡ ਦਿੱਤੇ, ਮੈਂ ਸਮਾਨ ਮੋੜ ਦਿੱਤਾ। ਪਰ ਭਰਤਰੀ ਨੇ ਰਾਜ ਭਾਗ ਛੱਡਤਾ, ਤ੍ਰਿਆ ਛੱਡ ਦਿੱਤੀ, ਪਤਨੀ ਛੱਡ ਦਿੱਤੀ, ਰਾਣੀਆਂ ਛੱਡ ਦਿੱਤੀਆਂ, ਪਟਰਾਣੀਆਂ ਤਿਆਗ ਦਿੱਤੀਆਂ। ਤਿਆਗਣ ਦਾ ਭਾਵ ਇਹ ਨਹੀਂ ਵੀ ਕਦੇ ਆ ਕੇ ਉਹਨੇ ਸਿੱਧਾਂ ਚ ਕਿਹਾ ਹੋਵੇ ਵੀ ਮੇਰੀਆਂ ਤੇ ਪਟਰਾਣੀਆਂ ਬੜੀਆਂ ਸੋਹਣੀਆਂ ਸੀ, ਮੈਂ ਤੇ ਰਾਜਾ ਹਿੰਦੁਸਤਾਨ ਦਾ ਸੀ। ਪਰ ਨਹੀਂ, ਉਹਨੇ ਸੁਪਨੇ 'ਚ ਵੀ ਨਹੀਂ ਸੋਚਿਆ ਵੀ ਮੇਰਾ ਕੋਈ ਸੀ। ਮਰਦ ਕਹਿੰਦੇ ਤੂੰ ਤਾਂ ਧੰਨ ਹੈ, ਭੋਗ ਛੱਡਤਾ, ਰਾਜ ਛੱਡਤਾ, ਇੱਕ ਯੋਗ ਨੂੰ ਗਲ ਲਾ ਲਿਆ। ਤੇ ਜੇ ਯੋਗ ਗਲ ਲਾਇਆ, ਉਹ ਵੀ ਪ੍ਰੋਪਰ ਲਾਇਆ, ਸਿੱਧਾ ਵਾਂਗੂ ਕੱਲੀ ਉਮਰ ਨਹੀਂ ਵਧਾਈ, ਹੰਕਾਰ ਨਹੀਂ ਰੱਖਿਆ ਕੋਲੇ, ਉਹਨੇ ਯੋਗ ਕਮਾਇਆ ਹੈ, ਬੰਦਗੀ ਤੇ ਭਗਤੀ ਕੀਤੀ ਹੈ। ਸਤਿਗੁਰ ਕਹਿੰਦੇ ਭਰਥਰੀ ਤੇਰੇ ਵਰਗਾ ਰਾਜਾ ਵੀ ਕੋਈ ਨਹੀਂ, ਤੇ ਤੇਰੇ ਵਰਗਾ ਤਿਆਗੀ ਕੋਈ ਨਹੀਂ। ਹੋ ਜਨਮ ਸਵਾਰਿਓ ਰਤਨ, ਤਿਆਗ ਜਗ ਲਾਜ ਜੋ। ਭਾਈ ਜੱਗ ਦੀ ਲਾਜ ਛੱਡੀ। ਜਦੋਂ ਭਰਥਰੀ ਛੱਡ ਕੇ ਰਾਜ ਭਾਗ ਤੁਰਿਆ ਸੀ, ਲੋਕਾਂ ਨੇ ਬਹੁਤ ਕੁਝ ਕਿਹਾ ਸੀ। ਕਹਿੰਦੇ ਭੀਖ ਮੰਗਣ ਲੱਗ ਗਿਆ, ਭਿਖਾਰੀ ਬਣ ਗਿਆ, ਰਾਜ ਛੱਡ ਕੇ। ਉਹ ਧੀ ਪੁੱਤਰਾਂ ਨੂੰ ਹੀ ਰਾਜ ਦੇ ਜਾਂਦਾ, ਪਤਨੀ ਨੂੰ ਦੇ ਜਾਂਦਾ ਨਹੀਂ। ਕਹਿੰਦਾ ਜੋ ਮਰਜ਼ੀ ਬਹਿ ਜੇ ਰਾਜ ਤੇ। ਲੋਕਾਂ ਨੇ ਨਿੰਦਿਆ ਕੀਤੀ, ਕਹਿੰਦੇ ਜ਼ਿੰਮੇਵਾਰੀਆਂ ਤੋਂ ਭੱਜ ਗਿਆ, ਰਾਜੇ ਮਹਾਰਾਜਿਆਂ ਤੋਂ ਡਰ ਕੇ ਭੱਜ ਗਿਆ। ਇੱਕ ਬਾਦਸ਼ਾਹ ਹੋ ਕੇ, ਬਾਦਸ਼ਾਹ ਸੀ, ਰਾਜੇ ਤੇ ਛੋਟੇ ਹੁੰਦੇ। ਪਰ ਭਰਥਰੀ ਨੇ ਕਿਸੇ ਦੀ ਨਾ ਸੁਣੀ। ਉਹ ਕਹਿੰਦੇ ਮੈਂ ਆਪਣੇ ਹਿਰਦੇ ਦਾ ਫੈਸਲਾ ਲਿਆ ਤੇ ਮੈਨੂੰ ਜੱਗ ਦੀ ਪਰਵਾਹ ਕੀ। ਐਡਾ ਵੱਡਾ ਤਿਆਗ। ਸੱਚੀ ਅਸੀਂ ਕੁਝ ਖਰੀਦਣ ਵੇਲੇ ਵੀ ਲੋਕਾਂ ਬਾਰੇ ਸੋਚਦੇ ਹਾਂ, ਜੇ ਮੈਂ ਆਹ ਪਾ ਲਿਆ ਤੇ ਲੋਕ ਕੀ ਕਹਿਣਗੇ, ਜੇ ਮੈਂ ਆਹ ਚੀਜ਼ ਖਾ ਲਈ ਤੇ ਲੋਕ ਕੀ ਕਹਿਣਗੇ। ਲੋਕਾਂ ਦਾ ਕੀ ਹੈ ਬਈ? ਅਸੀਂ ਪੈਸੇ ਆਪਣੇ ਖਰਚਦੇ ਹਾਂ, ਚਿੰਤਾ ਲੋਕਾਂ ਦੀ ਕਰੀ ਫਿਰਦੇ ਹਾਂ, ਫਿਕਰ ਲੋਕਾਂ ਦਾ ਕਰਦੇ ਹਾਂ, ਘਰ ਆਪਣੇ ਲਈ ਲੈ ਰਹੇ ਹਾਂ, ਪਰ ਚੰਗਾ ਬਣਾ ਲੋਕਾਂ ਹੀ ਰਹੇ ਹਾਂ। ਜਿਸ ਬੈਡਰੂਮ 'ਚ ਅਸੀਂ ਸੌਣਾ ਹੈ, ਉਹਦੀ ਤੇ ਇੰਨੀ ਸਜਾਵਟ ਨਹੀਂ। ਜਿਸ ਡਰਾਇੰਗ ਰੂਮ 'ਚ ਲੋਕਾਂ ਨੇ ਬਹਿਣਾ ਹੈ, ਉੱਥੇ ਲੱਖਾਂ ਫੂਕਿਆ ਹੋਇਆ ਵੀ ਤੇਰੀ ਆਪਣੀ ਜ਼ਿੰਦਗੀ 'ਚ ਵੈਲਿਊ ਕੋਈ ਨਹੀਂ, ਤੇਰੇ ਆਪਣੇ ਜੀਵਨ 'ਤੇ ਤੇਰਾ ਕੁਝ ਵੀ ਨਹੀਂ। ਕਿਉਂਕਿ ਮਨੁੱਖ ਜਿਉਂਦਾ ਹੀ ਦੁਨੀਆ ਨੂੰ ਦਿਖਾਉਣ ਲਈ ਹੈ, ਆਪਣੇ ਆਪ ਲਈ ਨਹੀਂ। ਭਰਥਰੀ ਨੇ ਗੱਲ ਆਖੀ, ਕਹਿੰਦੇ ਮਹਾਰਾਜ ਪਹਿਲਾਂ ਜਿਉਂਦਾ ਸੀ ਮੈਂ ਪਰਜਾ ਲਈ, ਲੋਕਾਂ ਲਈ, ਰਾਣੀਆਂ ਲਈ, ਧੀਆਂ ਪੁੱਤਾਂ ਲਈ। ਜਿਸ ਦਿਨ ਤੋਂ ਮੈਂ ਸ਼ਰਨ ਵਿੱਚ ਰੱਬ ਦੀ ਆਇਆ, ਉਸ ਦਿਨ ਤੋਂ ਮੈਂ ਆਪਣੇ ਆਪ ਲਈ ਜਿਉਣਾ ਸ਼ੁਰੂ ਕੀਤਾ। ਆਖੋ ਸਤਨਾਮ। ਇਸ ਲਈ ਪਰਵਾਹ ਨਹੀਂ ਕਰਦਾ, ਇਸ ਲਈ ਪਰਵਾਹ ਨਹੀਂ ਹੈ। ਬੇਪਰਵਾਹੀ ਕੀ ਹੈ? ਤੁਸੀਂ ਕਿਸੇ ਦੇ ਵਿਆਹ 'ਚ ਚੱਪਲ ਪਾ ਕੇ ਵੀ ਜਾ ਸਕਦੇ ਹੋ, ਤੁਹਾਨੂੰ ਬਾਂਹ ਫੜ ਕੇ ਕੱਢ ਨਹੀਂ ਕੋਈ ਸਕਦਾ। ਤੁਹਾਡੀ ਮਰਜ਼ੀ ਹੈ, ਤੁਹਾਡੀ ਜ਼ਿੰਦਗੀ ਹੈ। ਤੁਸੀਂ ਕੀ ਖਾਣਾ ਕੀ ਨਹੀਂ ਖਾਣਾ, ਇਹ ਲੋਕ ਥੋੜ੍ਹਾ ਡਿਸਾਈਡ ਕਰਨਗੇ। ਤੁਸੀਂ ਕਿਵੇਂ ਜਾਣਾ ਕਿਵੇਂ ਨਹੀਂ ਜਾਣਾ, ਇਹ ਲੋਕ ਥੋੜ੍ਹਾ ਡਿਸਾਈਡ ਕਰਨਗੇ, ਤੁਸੀਂ ਕਰਨਾ ਹੈ। ਅਸੀਂ ਕਿਉਂ ਨਹੀਂ ਕਰ ਸਕਦੇ? ਪੈਸੇ ਸਾਡੇ ਕੋਲ ਨੇ, ਸਭ ਕੁਝ ਸਾਡੇ ਕੋਲ ਹੈ। ਅਸੀਂ ਆਪਣੀ ਮਰਜ਼ੀ ਦਾ ਖਰੀਦ ਨਹੀਂ ਸਕਦੇ, ਆਪਣੀ ਮਰਜ਼ੀ ਦਾ ਖਾ ਨਹੀਂ ਸਕਦੇ, ਆਪਣੀ ਮਰਜ਼ੀ ਦਾ ਪਹਿਨ ਨਹੀਂ ਸਕਦੇ। ਆਪਣਾ ਖਰਚਾ ਕਰਕੇ ਵੀ ਅਸੀਂ ਲੋਕਾਂ ਦੇ ਅਧੀਨ ਹਾਂ, ਲੋਕਾਂ ਦੀ ਪਰਵਾਹ ਕਰਦੇ ਹਾਂ। ਭਰਥਰੀ ਨੇ ਪਰਵਾਹ ਛੱਡਤੀ। ਕਹਿੰਦੇ ਲੋਕਾਂ ਦਾ ਕੀ ਹੈ, ਜੋ ਕਹਿੰਦੇ ਕਹਿਣ ਦਿਓ। ਐਸਾ ਤਿਆਗ ਕੀਤਾ, ਜ਼ਿੰਦਗੀ ਗੁਜ਼ਰ ਗਈ, ਬੁਢਾਪਾ ਆ ਗਿਆ। ਕਦੀ ਇਹ ਵੀ ਭਰਥਰੀ ਵੇਖਣ ਨਹੀਂ ਗਿਆ ਵੀ ਮੇਰਾ ਰਾਜ ਵਸਦਾ ਕੋ ਜੜ ਗਿਆ, ਕਿਉਂਕਿ ਮੇਰਾ ਹੈ ਹੀ ਨਹੀਂ। ਉਹ ਕਹਿੰਦਾ ਮੇਰਾ ਜਿਸਮ ਹੈ, ਜਿਸ ਜਿਸਮ ਨੂੰ ਮੈਂ ਰੱਬ ਦੀ ਕਿਰਪਾ ਨਾਲ ਸਫਲਾ ਬਣਾ ਰਿਹਾ,
ਤੇ ਗੁਰੂ ਸਾਹਿਬ ਕਹਿੰਦੇ ਭਰਤਰੀ ਧੰਨ ਹੋ ਤੁਸੀਂ, ਧੰਨ ਜਨਮ ਤੁਮਾਰਾ, ਤੁਸੀਂ ਜੀਵਨ ਸਫਲਾ ਕਰ ਲਿਆ ਹੈ ਤਿਆਗ ਕਰਕੇ। ਤੇ ਸਾਡੇ ਤੋਂ ਤਿਆਗ ਨਹੀਂ ਹੋਇਆ, ਨਾ ਹੀ ਹੋਣਾ। ਅਸੀਂ ਤੇ ਮੰਦਰ ਮਸਜਿਦ ਗੁਰਦੁਆਰੇ ਵਿੱਚ ਕੋਈ ਚੀਜ਼ ਕਿਸੇ ਨੂੰ ਦਾਨ ਕੀਤੀ ਤਾਂ ਵੀ 20 ਵਾਰ ਸੁਣਾਈ ਦੀ, 1000 ਵਾਰ ਮੈਂ ਦਿੱਤਾ। ਇਹ ਕੀ ਹੈ? ਹੰਕਾਰ, ਹਉਮੈ, ਇਹ ਤੋਂ ਵੱਧ ਕੀ ਕੁਛ ਨਹੀਂ ਹੈ। ਭਰਤਰੀ ਨੇ ਰਾਜਦਾਨ ਕਰਤਾ, ਤ੍ਰਿਆ ਦਾਨ ਕਰਤੀ ਹੈ, ਸਭ ਕੁਝ ਛੱਡ ਦਿੱਤਾ ਏ। ਅੱਜ ਜਾ ਕੇ ਇੱਥੇ ਯੋਗੀ ਦੇ ਕੋਲ ਬੈਠਾ ਹੈ। ਕਹਿੰਦੇ ਲੋਕਾਂ ਨੇ ਕਿਹਾ ਵੀ ਗੋਰਖਨਾਥ ਆਪ ਭੁੱਖਾ ਮਰਦਾ ਤੇ ਤੈਨੂੰ ਕੀ ਦਊ? ਤੂੰ ਆਪਣੇ ਰਾਜ ਵਿੱਚ ਮੰਗਤਾ ਬਣ ਕੇ ਠੂਠਾ ਪਾ ਕੇ ਮੰਗਦਾ ਫਿਰਦਾ ਹੈ। ਕਹਿੰਦੇ ਸੁਣਦਾ ਹੀ ਨਹੀਂ ਸੀ ਕਿਸੇ ਦੀ। ਮੁੰਦਰਾ ਦਾ ਭਾਵ ਕੀ ਸੀ? ਵੀ ਮੁੰਦਰਾ ਪਾ ਲੈ, ਲੋਕਾਂ ਦੀ ਪਰਵਾਹ ਨਾ ਕਰੀ। ਲੋਕ ਕੀ ਕਹਿੰਦੇ ਆ? ਗੁਰੂ ਨਾਨਕ ਸਾਹਿਬ ਮਹਾਰਾਜ ਆਪ ਰੱਬ ਪਰਮਾਤਮਾ ਭਰਤਰੀ ਜੀ ਦੇ ਸਾਹਮਣੇ ਹੱਥ ਜੋੜ ਕੇ ਕਹਿੰਦੇ ਆ, ਭਰਤਰੀ ਤੂੰ ਧੰਨ ਹੈ, ਤੇਰੇ ਵਰਗਾ ਗੁਰਮੁਖ ਧਰਤੀ ਤੇ ਹੋਣਾ ਨਹੀਂ। ਹਮਰੇ ਸਿੱਧਨ ਸਰਬ ਆਦੇਸ਼ ਪਨੀਜੀਏ। ਪਰ ਭਰਤਰੀ ਨੇ ਆਪਣੀ ਸਿਫਤ ਸੁਣ ਕੇ ਕੋਈ ਖੁਸ਼ੀ ਨਹੀਂ ਜਤਾਈ, ਹੰਕਾਰਿਆ ਨਹੀਂ, ਹਵਾ 'ਚ ਨਹੀਂ ਆਇਆ। ਹੱਥ ਜੋੜ ਕੇ ਕਹਿੰਦਾ, ਪਾਤਸ਼ਾਹ ਸਿੱਧ ਮੰਡਲੀ ਵੱਲੋਂ ਮੈਂ ਪਰਵਾਨਾ ਲੈ ਕੇ ਆਇਆ ਜੀ। ਮੈਂ ਤੇ ਗੁਰੂ ਗੋਰਖ ਦਾ ਇੱਕ ਛੋਟਾ ਜਿਹਾ ਸੇਵਕ ਹਾਂ। ਜਦ ਕਿ ਭਰਤਰੀ ਦੀ ਭਗਤੀ, ਭਰਤਰੀ ਦੀ ਤਪੱਸਿਆ ਤੇ ਭਰਤਰੀ ਦਾ ਤਿਆਗ ਗੋਰਖ ਤੋਂ ਕਿਤੇ ਹਜ਼ਾਰਾਂ ਗੁਣਾ ਵੱਧ ਹੈ। ਪਰ ਨਿਮਰਤਾ ਰੱਬ ਵਰਗੀ। ਨਿਮਰਤਾ ਸਿੱਖਣੀ ਤੇ ਗੁਰੂ ਨਾਨਕ ਸਾਹਿਬ ਤੋਂ ਸਿੱਖੋ। ਦੇਸ਼ਾਂ ਵਿਦੇਸ਼ਾਂ ਦਾ ਰਟਨ ਕਰਦੇ ਆ, ਉਹੀ ਉਹ ਕੱਪੜੇ ਘਰੇ ਤੇ ਉਹੀ ਬਾਹਰ, ਉਹੀ। ਤੇ ਸੁੱਖ ਕਿੰਨਾ ਹੈ ਜੀਵਨ 'ਚ, ਆਨੰਦ ਕਿੰਨਾ ਹੈ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਅੱਜ ਸਾਡੇ ਕੋਲ ਪਦਾਰਥ ਬੜੇ ਆ, ਸਾਰਾ ਕੁਝ ਬੜਾ, ਪਰ ਚੈਨ ਸੁੱਖ ਇੱਕ ਪਲ ਦਾ ਵੀ ਨਹੀਂ ਕੋਲੇ। ਜੇ ਕਿਤੇ ਪਾਠ ਕਰਨ ਬਹਿ ਜਾਈਏ ਨਾ ਰਹਿਰਾਸ ਸਾਹਿਬ ਦਾ, ਹਜ਼ਾਰਾਂ ਖਿਆਲ ਸਾਡੇ ਅੰਦਰ ਆਉਂਦੇ ਆ। 20 ਮਿੰਟ ਦੇ ਪਾਠ ਵਿੱਚ ਹੀ ਅਸੀਂ 20 ਸੈਕਿੰਡ ਵੀ ਸ਼ਾਂਤ ਨਹੀਂ, ਕੀ ਬਣੂ ਸਾਡਾ? ਪਰ ਗੁਰੂ ਨਾਨਕ ਸਾਹਿਬ ਅੱਜ ਉਸ ਪਿਆਰੇ ਦੀ ਸਿਫਤ ਕਰਦੇ। ਰੱਬ ਵੀ ਸਿਫਤ ਕਰਦਾ ਆਪਣੇ ਪਿਆਰਿਆਂ ਦੀ। ਕੋਈ ਜਪਣ ਵਾਲਾ ਤੇ ਹੋਵੇ, ਤਿਆਗ ਕਰਨ ਵਾਲਾ ਤੇ ਹੋਵੇ। ਆਵਤ ਹੈ ਪਸਚਾਤ ਨਾ ਬਿਲਮ ਲਗਾਵਹੀ। ਗੁਰੂ ਨਾਨਕ ਸਾਹਿਬ ਹੱਥ ਜੋੜ ਕੇ ਕਹਿੰਦੇ, ਮਹਾਂਪੁਰਖੋ ਆਪ ਜੀ ਚੱਲੋ, ਅਸੀਂ ਬਹੁਤ ਛੇਤੀ ਤੁਹਾਡੇ ਪਿੱਛੇ ਪਿੱਛੇ ਆਏ, ਦੇਰੀ ਨਹੀਂ ਕਰਦੇ, ਤੁਸੀਂ ਚੱਲੋ। ਤੁਹਾਡਾ ਵਚਨ ਮੋੜ ਨਹੀਂ ਸਕਦੇ, ਸਿਰ ਮੱਥੇ ਪ੍ਰਵਾਨ ਹੈ। ਉਹ ਦਰਸ਼ਨ ਪਸੰਦ ਕਰੇ ਭਲੇ ਮਨ ਭਾਵਹੀ। ਤੇ ਉਸ ਰੱਬ ਪਿਆਰੇ ਦੀ ਨਿਮਰਤਾ ਪਤਾ ਕੀ ਹੈ? ਕਹਿੰਦੇ ਧੰਨਵਾਦ ਤੇਰਾ, ਸਾਨੂੰ ਸਿੱਧਾਂ ਦੇ ਮਹਾਂਪੁਰਖਾਂ ਦੇ ਦਰਸ਼ਨ ਅਤੇ ਚਰਨ ਸਪਰਸ਼ਣ ਦਾ ਮੌਕਾ ਦਿੱਤਾ। ਅਸੀਂ ਕਹਿ ਦਾਂਗੇ ਕਿਸੇ ਨੂੰ ਵੀ ਮੈਂ ਤੇ ਜੀ ਤੁਹਾਡੇ ਚਰਨ ਸਪਰਸ਼ ਕਰਨ ਆਇਆ ਸੀ, ਮੈਂ ਤੇ ਤੁਹਾਡੇ ਪੈਰੀ ਹੱਥ ਲਾ ਦਿਆਂ ਜੀ, ਮੈਂ ਤੁਹਾਨੂੰ ਸਤਿ ਸ੍ਰੀ ਅਕਾਲ ਬੁਲਾ ਦਿਆਂ? ਨਾ ਜੀ, ਮੈਨੂੰ ਬੁਲਾਉਣ ਲੋਕ, ਮੈਨੂੰ ਕੀ ਲੈਣਾ ਕਿਸੇ ਦਾ। ਰੱਬ ਕਹਿੰਦਾ ਏ ਜਿਨ੍ਹਾਂ ਸਿੱਧਾਂ ਦੇ ਪੱਲੇ ਹੰਕਾਰ ਹੈ, ਜਿਨ੍ਹਾਂ ਸਿੱਧਾਂ ਕੋਲ ਵਿਕਾਰ ਨੇ, ਪਰ ਸਤਿਗੁਰਾਂ ਦੀ ਨਿਮਰਤਾ, ਕਹਿੰਦੀ ਉਹਨਾਂ ਦੇ ਦਰਸ਼ਨ ਕਰਨ ਚੱਲੇ ਆ ਅਸੀਂ। ਇਹ ਆ ਪ੍ਰੇਮ, ਇਹ ਆ ਵਡੱਪਣ। ਇਹਨਾਂ ਚੀਜ਼ਾਂ ਨਾਲ ਹੀ ਗੁਰੂ ਸਾਹਿਬ ਮੋਹ ਲੈਂਦੇ ਸੀ। ਕਹਿੰਦੇ ਭਰਤਰੀ ਜੀ ਤੁਹਾਡਾ ਇੱਕ ਅਹਿਸਾਨ ਹੈ, ਤੁਸੀਂ ਸਾਨੂੰ ਸੱਦਾ ਦਿੱਤਾ ਏ, ਤੁਹਾਡੇ ਕਿਰਪਾ ਨਾਲ ਸਿੱਧ ਪੁਰਸ਼ਾਂ ਦੇ ਅੱਜ ਦਰਸ਼ਨ ਕਰਾਂਗੇ। ਸੁਣ ਕੇ ਭਰਥਰ ਗਇਓ ਜਿਦੇ ਹਰ ਖਾਈ ਕੇ। ਸਤਿਗੁਰਾਂ ਤੋਂ ਆਗਿਆ ਲੈ ਕੇ, ਆਸੀਸ ਲੈ ਕੇ, ਚਰਨੀ ਬੰਦਨਾ ਕਰਕੇ ਭਰਤਰੀ ਜੀ ਆ ਗਏ ਵਾਪਸ ਸਿੱਧ ਮੰਡਲੀ 'ਚ। ਬੜੇ ਖੁਸ਼ ਨੇ। ਗੋਰਖ ਨੇ ਖੁਸ਼ ਹੋ ਕੇ ਪੁੱਛਿਆ, ਕਹਿੰਦੇ ਮਹਾਂਪੁਰਖੋ ਕਿਵੇਂ ਬਣਿਆ? ਕਹਿੰਦੇ ਬਸ ਆਏ ਜੀ। ਇਹ ਬਚਨ ਸਤਿਗੁਰਾਂ ਨੇ ਗੋਪੀ ਚੰਦ ਨੂੰ ਵੀ ਕਿਹਾ ਸੀ, ਮੰਗਲਨਾਥ ਨੂੰ ਵੀ ਕਿਹਾ, ਪਰ ਆਏ ਨਹੀਂ ਅਜੇ ਤੱਕ। ਪਰ ਭਰਤਰੀ ਦੀ ਰਸਨਾ ਦੱਸਦੀ ਹੈ, ਉਹਨਾਂ ਦਾ ਚਿਹਰਾ ਦੱਸਦਾ ਵੀ ਜਿਵੇਂ ਸਤਿਗੁਰ ਆ ਹੀ ਰਹੇ ਨੇ। ਐਡਾ ਵਿਸ਼ਵਾਸ, ਇੰਨਾ ਭਰੋਸਾ। ਸਭ ਤੋਂ ਪਹਿਲਾਂ ਮੰਗਲਨਾਥ ਗੋਪੀ ਚੰਦ ਸੁਣ ਕੇ ਬੜੇ ਖੁਸ਼ ਹੋਏ ਨੇ। ਸਭ ਸੋ ਕਹੀ ਆਦੇਸ਼ ਲੁਚਰ ਗੁਣ ਗਾਏ ਕੇ। ਸਾਰਿਆਂ ਨੂੰ ਮੱਥਾ ਟੇਕ ਭਰਤਰੀ ਜੀ ਬੈਠ ਕੇ ਗੁਰੂ ਨਾਨਕ ਸਾਹਿਬ ਦੀ ਮਹਿਮਾ ਕਰਦੇ ਆ। ਕਹਿੰਦੇ ਅੱਧੇ ਕ ਸਿੱਧ ਤੇ ਸਤਿਗੁਰਾਂ ਦੀ ਮਹਿਮਾ ਸੁਣ ਕੇ ਖੁਸ਼ ਨੇ, ਪ੍ਰਸੰਨ ਨੇ, ਚਾਅ ਚੜਿਆ ਵੀ ਗੁਰੂ ਸਾਹਿਬ ਆਉਣਗੇ। ਕਹਿੰਦੇ ਅੱਧੇ ਤੇ ਸੜ ਗਏ ਵਿਚਾਰੇ ਵੀ ਹੁਣ ਸਿੱਧ ਬਾਬੇ ਨਾਲ ਕਿਤੋਂ ਪੁੱਛਿਆ ਲੈਣਗੇ। ਅਸੀਂ ਜ਼ਿੰਦਗੀਆਂ ਗਾਲੀਆਂ, ਤਪੱਸਿਆ ਕੀਤੀ, ਅਸੀਂ ਕਿਸੇ ਛੋਟੀ ਉਮਰ ਵਾਲੇ ਤੋਂ ਗਿਆਨ ਸੁਣਾਂਗੇ ਜਾ ਕੇ। ਹੰਕਾਰੀ ਸੀ।
ਉਹ ਸੜੇ ਹੋਏ ਉਹਨਾਂ ਤੋਂ ਮਹਿਮਾ ਜਰੀ ਨਹੀਂ ਜਾਂਦੀ। ਆਵਤ ਮਮ ਪਛਚਾਤ ਕਹਿਤ ਨਹਿ ਦੇਰ ਕੋ। ਤੇ ਗੋਰਖਨਾਥ ਪੁੱਛਦੇ, ਕਹਿੰਦੇ ਅਸੀਂ ਤੇ ਬੜੀ ਬੇਸਬਰੀ ਨਾਲ ਇੰਤਜ਼ਾਰ ਕਰਦੇ ਆ, ਗੁਰੂ ਨਾਨਕ ਕਦੋਂ ਤੱਕ ਆਉਣਗੇ। ਉਹ ਬਾਬਾ ਨਾਨਕ ਕਹਿ ਕੇ ਪੁਕਾਰਦੇ ਸੀ। ਭਰਥਰੀ ਕਹਿੰਦੇ ਜੀ ਬਹੁਤੀ ਦੇਰ ਨਹੀਂ ਲਾਉਣਗੇ। ਉਹ ਕਹਿੰਦੀ ਅਸੀਂ ਛੇਤੀ ਆਵਾਂਗੇ, ਜਲ ਸੇ ਜਲ ਆਵਾਂਗੇ। ਖੁਸ਼ੀ ਸੀ। ਆਖਰਕਾਰ ਕਹਿੰਦੇ ਸਿੱਧਾਂ ਦੀ ਮੰਡਲੀ ਵਿੱਚ ਇੱਕ ਸਿਲਾ ਸਜਾਈ ਗਈ, ਖਾਲੀ ਕੀਤੀ ਗਈ ਵੀ ਗੁਰੂ ਸਾਹਿਬ ਇਹਦੇ ਤੇ ਬੈਠਣਗੇ, ਇਹਦੇ ਤੇ ਆ ਕੇ ਸਜਣਗੇ। ਕਿਉਂਕਿ ਜਿੰਨੀਆਂ ਇੱਥੇ ਸਿਲਾ ਨੇ ਇਹ ਬਰਫ਼ ਦੀਆਂ ਨੇ, ਵੱਡੇ ਵੱਡੇ ਪੱਥਰ ਬਣੇ ਹੋਏ ਨੇ, ਕਿਤੇ ਹਵਾ ਨਹੀਂ ਚੱਲਦੀ, ਰੁੱਖ ਨਹੀਂ ਹੈ, ਹਲਕਾ ਜਿਹਾ ਮੂੰਹ ਨੇਰੇ ਦਾ ਚਾਨਣ ਹੈ, ਹਲਕਾ ਜਿਹਾ। ਕਿਉਂਕਿ ਸਮੇਰ ਪਰਬਤ ਨੂੰ ਮੰਨਿਆ ਜਾਂਦਾ ਸੋਨੇ ਦਾ ਪਹਾੜ। ਉਸ ਪਹਾੜ ਤੇ ਬਰਫ਼ ਦੀਆਂ ਚਾਦਰਾਂ ਨੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਉਡੀਕ 'ਚ ਸਾਰੇ ਸਿੱਧ ਬੈਠੇ ਆ। ਦੂਜੇ ਪਰਬਤਾਂ ਵੱਲ ਵੇਖਦੇ ਆ, ਰਾਹਾਂ ਵੱਲ ਤੱਕਦੇ ਆ, ਕਿਤੇ ਤੁਰੇ ਆਉਂਦੇ ਹੋਣਗੇ। ਉਹ ਜਿਨਹਿ ਬਲੋਕਣ ਚਾਹੇ ਜੋ ਸਿਖਰ ਸਮੇਰ ਕੋ। ਇੱਧਰ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਚੱਲ ਮਰਦਾਨਿਆ, ਤੇਰੀ ਇੱਛਾ ਸੀ ਸਮੇਰ ਪਰਬਤ ਤੇ ਜਾਣ ਦੀ, ਆਪਾਂ ਚੱਲੀਏ ਸਮੇਰ ਦੀਆਂ ਚੋਟੀਆਂ ਤੇ, ਸਿਖਰ ਤੇ ਚੱਲਦੇ ਆ ਜਿੱਥੇ ਸਿੱਧ ਮੰਡਲੀ ਬੈਠੀ। ਆ ਜਿੱਥੇ ਸਿੱਧ ਬੈਠੇ ਆ ਜੀ, ਇੱਥੇ ਕੋਈ ਦੁਨੀਆਦਾਰ ਥੋੜੀ ਪਹੁੰਚ ਸਕਦਾ ਸੀ। ਦੁਨਿਆਵੀ ਬੰਦੇ ਦੀ ਪਹੁੰਚ ਥੋੜਾ ਸੀ ਕੋਈ ਇੱਥੇ ਆ ਜੇ। ਇੱਥੇ ਉਹ ਹੀ ਆ ਸਕਦਾ ਸੀ ਜੋ ਭੁੱਖ ਤੇ ਦੁੱਖ ਤੋਂ ਦੂਰ ਹੋਵੇ, ਜਿਹਨੂੰ ਭੁੱਖ ਪਿਆਸ ਨਹੀਂ ਲੱਗਦੀ, ਜਿਹਨੂੰ ਸਾਹਾਂ ਦੀ ਪਰਵਾਹ ਕੋਈ ਨਹੀਂ, ਜਿਹਨੇ ਮੌਤ ਦਾ ਕਫਨ ਸਿਰ ਤੇ ਬੰਨਿਆ ਹੋਇਆ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਭਾਈ ਬਾਲਾ ਜੀ ਕਹਿੰਦੇ ਸਾਨੂੰ ਬੜੀ ਖੁਸ਼ੀ ਹੋਈ ਵੀ ਚਲੋ ਹਿਰਦੇ ਦੀ ਇੱਛਾ ਸਾਡੀ ਪੂਰਨ ਹੋਈ ਹੈ। ਕਬਿਤ ਨਾਨਾ ਭਾਂਤ ਆਪਸ ਮੈਂ ਕਰਤ ਵਿਚਾਰ ਸਿੱਧ ਇਤੈ ਮਰਦਾਨਾ ਬੈਨ ਮੁਖ ਸੋ ਕਹਿਤ ਹੈ। ਉਧਰ ਸਿੱਧਾਂ ਦੇ ਵਿੱਚ ਆਪਣੇ ਆਪਣੇ ਗਰੁੱਪ ਬਣ ਗਏ ਜੀ। ਹੰਕਾਰੀ ਇੱਕ ਪਾਸੇ, ਵਿਕਾਰੀ ਇੱਕ ਪਾਸੇ, ਈਰਖਾਲੂ ਇੱਕ ਪਾਸੇ, ਝਗੜਾਲੂ ਇੱਕ ਪਾਸੇ ਤੇ ਬੰਦਗੀ ਵਾਲੇ ਇੱਕ ਪਾਸੇ। ਮਸ਼ਵਰਾ ਕਰਦੇ ਆ, ਕਹਿੰਦੇ ਗੁਰੂ ਸਾਹਿਬ ਆਉਣਗੇ ਕੀ ਸਵਾਲ ਕਰਾਂਗੇ। ਸਵਾਲ ਸੋਚਦੇ ਆ। ਹੁਣ ਨਾਮ ਜਪਣ ਵਾਲਿਆਂ ਦੇ ਸਵਾਲ ਗਹਿਰੇ ਹੋਣਗੇ। ਕਈ ਨੀਚਾ ਵਿਖਾਉਣ ਵਾਸਤੇ ਪੁੱਛਣਾ ਚਾਹੁੰਦੇ ਸੀ, ਕਈ ਸੜ ਕੇ ਪੁੱਛਣਾ ਚਾਹੁੰਦੇ ਸੀ ਵੀ ਜੇ ਉਹ ਵਾਪਸ ਚਲੇ ਜਾ। ਗੁਰੂ ਗੋਰਖ ਸਾਹਿਬ ਵੱਲ ਵੇਖਦੇ ਆ ਪਰ ਖੁਸ਼ ਨੇ ਵੀ ਚਲੋ ਸਿੱਧ ਜਾਗਰੂਕ ਤੇ ਹੋਏ, ਪੁੱਛਣ ਤੇ ਲੱਗੇ ਆ ਨਾ ਕੁਛ। ਇੱਧਰ ਦੀਨ ਦੁਨੀਆ ਦੇ ਮਾਲਕ ਸਤਿਗੁਰਾਂ ਨੂੰ ਭਾਈ ਮਰਦਾਨਾ ਪੁੱਛਦੇ, ਕਹਿੰਦੇ ਬਾਬਾ ਕਦੋਂ ਤੱਕ ਜਾਵਾਂਗੇ ਆਪਾਂ, ਕਿੰਨਾ ਕੁ ਸਮਾਂ ਲੱਗੇਗਾ, ਕਿੰਨਾ ਕੁ ਉੱਚਾ ਬੈਠੇ ਨੇ। ਸ੍ਰੀ ਪ੍ਰਭੂ ਮਕੰਦ ਦੁਖ ਦੁੰਦ ਕੇ ਨਹੀਂ ਕੰਦ ਅਬ ਦੇਖੀਏ ਸਮੇਰ ਜਹਾਂ ਗੋਰਖ ਰਹਿਤ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਭਾਈ ਬਾਲਾ ਮਰਦਾਨਾ ਜੀ ਨੂੰ ਨਾਲ ਲੈ ਕੇ ਪੈਦਲ ਚੱਲ ਪਏ ਨਾ ਪਰਬਤਾਂ ਦੀਆਂ ਚਾਦਰਾਂ ਤੇ। ਕਹਿੰਦੇ ਚੱਲ ਮਰਦਾਨਿਆ ਤੈਨੂੰ ਗੋਰਖ ਦਾ ਥਾਂ ਵਿਖਾਈ, ਜਿੱਥੇ ਗੋਰਖ ਦੀ ਸਭਾ ਲੱਗੀ ਹੋਈ ਹੈ। ਤੇ ਇੱਥੇ ਤੇ ਆਉਣਾ ਹੀ ਬੜਾ ਔਖਾ, ਕਿੱਡੀ ਵੱਡੀ ਬੰਦਗੀ ਤੇ ਕਿੰਨਾ ਤਪ ਹੋਏਗਾ, ਪਰ ਹੈ ਉਹ ਕਰਾਮਾਤੀ। ਕਹਿੰਦੇ ਉਹ ਤਪਸਵੀ ਲੋਕ ਬੈਠੇ ਆ ਚੌਂਕੜੇ ਲਾ ਕੇ, ਅੰਤਰ ਧਿਆਨ ਹੋ ਕੇ। ਗੁਰੂ ਨਾਨਕ ਸਾਹਿਬ ਮਹਾਰਾਜ ਹੱਥ ਵਿੱਚ ਸੋਟਾ ਫੜਿਆ, ਬਰਫਾਂ ਤੇ ਉਹ ਰੱਖਦੇ ਹੋਏ ਚੜਾਈ ਚੜ੍ਹਦੇ ਹਨ। ਬੇਦੇ ਬੰਸ ਤਾਲ ਕੇ ਕਮਲ ਸੁਣ ਬੋਲੇ ਤਬੈ ਚਲੋ ਮਰਦਾਨਾ ਦੇਖ ਦੇਖਿਓ ਜੋ ਚਾਹਤ ਹੈ। ਭਾਈ ਮਰਦਾਨਾ ਸਤਿਗੁਰਾਂ ਦੇ ਨਾਲ ਉਹਨਾਂ ਬਰਫਾਂ ਤੇ ਤੁਰਿਆ ਜੀ। ਮੋਢੇ ਤੇ ਉਹਨਾਂ ਨੇ ਰਵਾਬ ਰੱਖ ਲਈ। ਭਾਈ ਬਾਲਾ ਜੀ ਪਿੱਛੇ ਪਿੱਛੇ, ਗੁਰੂ ਨਾਨਕ ਸਾਹਿਬ ਅੱਗੇ ਅੱਗੇ। ਕਹਿੰਦੇ ਕੁਛ ਦੂਰ ਤੱਕ ਪੈਦਲ ਤੁਰਦੇ ਗਏ। ਆਖਰਕਾਰ ਸਤਿਗੁਰ ਆਲੋਪ ਹੋ ਗਏ। ਐਸੇ ਕਹਿ ਗਏ ਹੈ ਸਮੇਰ ਪਰ ਤਾਤਕਾਲ ਜਹਾਂ ਸਿਧ ਮੰਡਲੇ ਸੋ ਗੋਰਖ ਸਹਿਤ ਹੈ। ਇਧਰ ਗੋਰਖ ਦੇ ਚੇਲੇ ਰਸਤਾ ਵੇਖ ਰਹੇ ਆ ਵੀ ਗੁਰੂ ਨਾਨਕ ਸਾਹਿਬ ਆਉਣਗੇ। ਉਧਰ ਦੀਨ ਦੁਨੀਆ ਦੇ ਮਾਲਕ ਸਤਿਗੁਰੂ ਇੱਕ ਪਲ ਵਿੱਚ ਆ ਕੇ ਆਪਣੀ ਰਸਨਾ ਤੋਂ ਕਹਿੰਦੇ ਸਤ ਕਰਤਾਰ। ਜਦੋਂ ਸਤਿਗੁਰਾਂ ਨੇ ਬਚਨ ਆਖੇ, ਇਹਨਾਂ ਬਚਨਾਂ ਦੁਆਰਾ ਹੀ ਗੁਰੂ ਸਾਹਿਬ ਸਿੱਧ ਮੰਡਲੀ ਵਿੱਚ ਪ੍ਰਗਟ ਹੋ ਗਏ। ਤੇ ਸਿੱਧ ਵੇਖ ਹੈਰਾਨ, ਨੂਰਾਨੀ ਚਿਹਰਾ, ਨਾਲ ਭਾਈ ਬਾਲਾ, ਨਾਲ ਭਾਈ ਮਰਦਾਨਾ।
ਗੁਰੂ ਸਾਹਿਬ ਇੱਕਦਮ ਸਿੱਧ ਮੰਡਲੀ ਵਿੱਚ ਆਏ, ਸਤ ਕਰਤਾਰ ਆਖਿਆ ਏ ਕਬਿਤ ਕਰੈ ਨਿਜ ਗਿਆਨ ਕੋ, ਬਖਾਣ ਜਿਹ ਥਾਨ ਬੈਸੇ, ਨਾਨਕ ਜੀ ਜਾਏ ਕੈ ਆਦੇਸ਼ ਹੈ ਉਚਾਰੀਐ। ਗੁਰੂ ਸਾਹਿਬ ਚੱਲ ਕੇ ਨੇੜੇ ਆਏ ਜਿੱਥੇ ਗੋਰਖਨਾਥ ਬੈਠੇ ਆ, ਬੜੇ ਪਿਆਰ ਤੇ ਸਤਿਗੁਰਾਂ ਹੱਥ ਜੋੜੇ ਸਾਰੇ ਸਿੱਧਾਂ ਵੱਲ, ਕਹਿੰਦੇ ਆਦੇਸ਼ ਆਦੇਸ਼ ਆਦੇਸ਼। ਜਦੋਂ ਸਤਿਗੁਰਾਂ ਦੀ ਰਸਨਾ ਤੋਂ ਆਦੇਸ਼ ਅੰਮ੍ਰਿਤ ਬਚਨ ਸੁਣਿਆ ਨਾ, ਸਭ ਤੋਂ ਪਹਿਲਾਂ ਮੰਗਲਨਾਥ, ਗੋਪੀ ਚੰਦ, ਭਰਥਰੀ, ਘੁੱਗੂ ਰਾਤ, ਹਨੀਫਾ, ਕਨੀਫਾ, ਸੰਗਰਨਾਥ ਤੇ ਗੋਰਖ ਤੇ ਮਸ਼ੰਦਰਨਾਥ ਉੱਚੀ ਦੇਣੇ ਆਖਣ ਲੱਗੇ ਬਾਬਾ ਆਦੇਸ਼ ਆਦੇਸ਼। ਆਦੇਸ਼ ਤੋਂ ਭਾਵ ਮੱਥਾ ਟੇਕਣਾ, ਚਰਨੀ ਬੰਦਨਾ ਕਰਦੇ ਆ, ਨਮਸਕਾਰ ਕਰਦੇ ਆ। ਗੋਰਖ ਕਹਿਤੇ ਆਦ ਪੁਰਖ ਆਦੇਸ਼ ਬਾਲੇ, ਆਓ ਬੈਠ ਮੇਰੇ ਢਿੱਗ ਅਤ ਸਤਕਾਰੀਆ। ਅੱਜ ਹੋਈ ਬੜੀ ਹੈਰਾਨੀ, ਅੱਗੇ ਗੁਰੂ ਨਾਨਕ ਸਾਹਿਬ ਜਦ ਵੀ ਆਉਂਦੇ ਆ ਇਹ ਕਹਿੰਦੇ ਆ ਇੱਕ ਨਿਰੰਕਾਰ ਨੂੰ ਆਦੇਸ਼। ਸੁਣਿਆ ਆਪ ਜੀ ਨੇ ਹੁਣ ਤੱਕ, ਅੱਜ ਨਹੀਂ ਕਿਹਾ। ਅੱਜ ਮਹਾਰਾਜ ਕਹਿੰਦੇ ਬਾਬਾ ਆਦੇਸ਼ ਸਿੱਧਾ ਨੂੰ, ਤੇ ਗੋਰਖਨਾਥ ਪਤਾ ਕੀ ਕਹਿੰਦੇ ਉੱਚੀ ਆਵਾਜ਼ 'ਚ, ਇੱਕ ਆਦ ਨੂੰ ਆਦੇਸ਼, ਇੱਕ ਨਿਰੰਕਾਰ ਨੂੰ ਆਦੇਸ਼। ਉਸ ਡਾਢੇ ਰੱਬ ਨੂੰ ਸਾਡੀ ਵੀ ਆਦੇਸ਼ ਆਖੋ, ਸਤਿਨਾਮ। ਸਾਡੀ ਵੀ ਵੰਦਨਾ ਉਸ ਰੱਬ ਨੂੰ, ਉਸ ਪਿਆਰੇ ਸੱਜਣ ਪਰਮਾਤਮਾ ਨੂੰ। ਜਦੋਂ ਕਹਿੰਦੇ ਪਿਆਰ ਵਿੱਚ ਬਚਨ ਆਖੇ ਭਾਈ ਮਰਦਾਨਾ ਵੇਖੇ ਵੀ ਆ ਤੇ ਉਹ ਸਿੱਧ ਨੇ ਜਿਹੜੇ ਕਹਿੰਦੇ ਸੀ ਬਾਬਾ ਮੈਨੂੰ ਆਦੇਸ਼ ਕਹਿ, ਆ ਤੇ ਉਹੀ ਗੋਰਖਨਾਥ ਹੈ ਜਿਹੜਾ ਕਹਿੰਦਾ ਸੀ ਸਿੱਧਾਂ ਨੂੰ ਭੇਜ ਕੇ ਵੀ ਗੋਰਖਨਾਥ ਦੀ ਜੈ ਆਖੋ, ਗੋਰਖਨਾਥ ਨੂੰ ਨਮਸਕਾਰ ਕਰੋ। ਪਰ ਦੀਨ ਦੁਨੀਆ ਦੇ ਮਾਲਕ ਸਤਿਗੁਰ ਖੁਸ਼ ਹੋ ਕੇ ਆਖਣ ਲੱਗੇ ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦਿ ਅਨਾਹਤ, ਜੁਗ ਜੁਗ ਏਕੋ ਵੇਸ। ਗੋਰਖ ਜੀ ਬੜੇ ਪ੍ਰਸੰਨ ਹੋਏ, ਬੜੇ ਖੁਸ਼ ਹੋਏ, ਕਿਉਂਕਿ ਉਹਨਾਂ ਨੇ ਅੱਜ ਬੜੇ ਪਿਆਰ ਵਿੱਚ ਗੁਰੂ ਨਾਨਕ ਸਾਹਿਬ ਦਾ ਰੂਪ ਵੇਖ ਕੇ ਆਦ ਨੂੰ ਆਦੇਸ਼ ਕੀਤੀ ਹੈ। ਕਿਉਂਕਿ ਗੋਰਖਨਾਥ ਦੀ ਮੁਲਾਕਾਤ ਗੁਰੂ ਸਾਹਿਬ ਨਾਲ ਪਹਿਲਾਂ ਵੀ ਹੋ ਗਈ। ਉਹ ਕਹਿੰਦਾ ਸੀ ਬੱਚਿਆ ਮੈਨੂੰ ਮੱਥਾ ਟੇਕ, ਪਰ ਅੱਜ ਵੀ ਉਹਨੇ ਸ਼ਬਦ ਵਰਤੇ ਨੇ ਬਾਲਕੋ ਨਿਰੰਕਾਰ ਨੂੰ ਆਦੇਸ਼, ਆਦ ਪੁਰਖ ਨੂੰ ਆਦੇਸ਼ ਹੈ। ਮਨ ਮੈਂ ਵਿਚਾਰੈ ਮਾਤੇ ਹਮਰੋ ਜੀ ਧਾਰੇ, ਇਹ ਜਗਤ ਬਿਥਾਰੈ ਜਸ ਭੂਰ ਹੀ ਪੁਜਾਰੀਐ। ਗੋਰਖਨਾਥ ਅੰਦਰੋਂ ਬੜਾ ਖੁਸ਼ ਹੈ, ਬੜਾ ਪ੍ਰਸੰਨ ਹੈ ਵੀ ਜੇ ਕਿਤੇ ਇਹ ਡਾਢੀਆਂ ਰੂਹਾਂ ਸਾਡੇ ਪੰਥ ਚ ਆ ਗਈਆਂ ਨਾ, ਜੇ ਗੁਰੂ ਨਾਨਕ ਸਾਹਿਬ ਮਹਾਰਾਜ ਕੰਨੀ ਮੁੰਦਰਾਂ ਪਾ ਕੇ ਸਿੱਧ ਬਣ ਗਏ ਨਾ, ਸਾਡੀ ਵਡਿਆਈ ਪੂਰੇ ਬ੍ਰਹਿਮੰਡ ਵਿੱਚ ਹੋਏਗੀ, ਧਰਤੀ ਦੇ ਹਰ ਕੋਨੇ ਹੋਏਗੀ। ਇਸ ਕਰਕੇ ਕਹਿੰਦਾ ਵੀ ਆਦ ਪੁਰਖ ਨੂੰ ਆਦੇਸ਼, ਰੱਬ ਨੂੰ ਆਦੇਸ਼। ਵੀ ਇਹਨਾਂ ਨੂੰ ਚੰਗਾ ਲੱਗਦਾ ਰੱਬ ਨੂੰ ਮੱਥਾ ਟੇਕਣਾ, ਮੈਂ ਵੀ ਕਹਿ ਦਿੰਦਾ ਇਹ 'ਚ ਸ਼ੱਕ ਕੀ ਹੈ, ਬੁਰਾ ਕੀ ਹੈ? ਮੱਥਾ ਤੇ ਪਰਮਾਤਮਾ ਨੂੰ ਹੀ ਹੈ ਨਾ। ਜਿੰਨੇ ਦੁਨੀਆ ਦੇ ਧਰਮ ਨੇ ਗੱਲ ਤੇ ਰੱਬ ਦੀ ਉਹ ਕਰਦੇ ਆ, ਇੱਕ ਪਰਮਾਤਮਾ ਨੂੰ ਹੀ ਸਿਰਜਦੇ ਆ ਨਾ ਸਾਰੇ। ਗੋਰਖਨਾਥ ਦੇ ਅੰਦਰ ਦੀ ਇਹ ਗੁੱਝੀ ਸਾਜ਼ਿਸ਼ ਸੀ ਵੀ ਕਿਵੇਂ ਨਾ ਕਿਵੇਂ ਮੈਂ ਕੋਸ਼ਿਸ਼ ਕਰਾਂ ਇਹਨਾਂ ਨੂੰ ਝੁਕਾਉਣ ਦੀ। ਉੱਤੋਂ ਤੇ ਮਿੱਠਾ ਬੜਾ ਹੈ, ਭਗਤੀ ਵੀ ਬਹੁਤ ਆ ਉਹਦੀ। ਗੁਰੂ ਨਾਨਕ ਸਾਹਿਬ ਮਹਾਰਾਜ ਨੇ ਅੰਦਰ ਦੀਆਂ ਜਾਣ ਲਈਆਂ ਵੀ ਅਜੇ ਵੀ ਨਹੀਂ ਸੁਧਰੇ, ਅਜੇ ਵੀ ਇਹਨਾਂ ਦੇ ਵਿੱਚ ਝੁਕਣ ਝੁਕਾਉਣ ਦਾ ਰੌਲਾ ਏ। ਐਸੇ ਭਰਤਰੀ ਸੰਗ ਬੋਲਿਓ ਲਿਆਓ ਪਿਆਲਾ, ਜਾਏ ਨਾਨਕੋ ਦੇਹੋ ਲਿਵ ਲਾਗੈ ਮਤਵਾਰੀਆ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਆਖਿਆ ਗਿਆ ਪਾਤਸ਼ਾਹ ਤਫਤੀਸ਼ ਲੈ ਕੇ ਆਓ, ਬੈਠੋ ਸਜੋ। ਗੁਰੂ ਬਾਬਾ ਜੀ ਵੱਡੀ ਸਿਲਾ ਤੇ ਬੈਠੇ ਨੇ, ਭਾਈ ਬਾਲਾ ਮਰਦਾਨਾ ਸਤਿਗੁਰਾਂ ਦੇ ਪਿੱਛੇ ਬਹਿ ਗਏ। ਸਾਹਮਣੇ ਸਾਹਮਣੇ ਦੂਰ ਦੂਰ ਤੱਕ ਸਿੱਧ ਬੈਠੇ, ਕਿਉਂਕਿ ਉੱਥੇ ਸਪੀਕਰ ਦੀ ਲੋੜ ਨਹੀਂ ਸੀ ਨਾ ਉਹਨਾਂ ਸਮਿਆਂ 'ਚ ਸੀ। ਸਿੱਧਾਂ ਦੀ ਆਵਾਜ਼ ਬਹੁਤ ਵੱਡੀ ਸੀ। ਪਰਬਤਾਂ ਤੇ ਪਹਾੜਾਂ ਤੇ ਤੁਸੀਂ ਇੱਕ ਆਵਾਜ਼ ਮਾਰੋਗੇ ਕਈ ਕਈ ਮਾਈਲ ਤੱਕ ਸੁਣਦੀ ਹੈ, ਕਈ ਕਈ ਕਿਲੋਮੀਟਰ ਤੱਕ। ਪਰ ਇੱਕ ਚੀਜ਼ ਹੋਰ ਵੀ ਹੈ, ਜਿਉਂ ਜਿਉਂ ਉੱਚਾ ਜਾਓਗੇ ਤਿਉਂ ਤਿਉਂ ਕੰਨਾਂ ਤੋਂ ਗੋਲਾ ਸੁਣਨ ਲੱਗ ਜਾਂਦਾ ਹੈ। ਸੁਣਦਾ ਹੈ, ਘੱਟ ਸੁਣਦਾ ਹੈ, ਉਹ ਸਿਰਫ ਕਿਸੇ ਹੱਦ ਤੱਕ ਹੁੰਦਾ ਏ। ਜਦੋਂ ਬਹੁਤ ਜ਼ਿਆਦਾ ਉੱਚੇ ਚਲੇ ਜਾਓਗੇ ਗੁਰੂਤਾਕਰਸ਼ਣ ਕਰਕੇ ਫਿਰ ਤੁਹਾਨੂੰ ਜ਼ਿਆਦਾ ਸੁਣਨ ਲੱਗ ਪੈਂਦਾ ਹੈ। ਇਹੀ ਕਾਰਨ ਹੈ ਫਾਈਟਰ ਜੈਟ ਉੱਡਦੇ ਆ ਜਹਾਜ਼, ਆਵਾਜ਼ ਕਿੰਨੀ ਹੁੰਦੀ ਹੈ, ਕੰਨਾਂ ਤੇ ਸਪੀਕਰ ਦੇ ਲਾਉਣੇ ਪੈਂਦੇ ਆ ਵੀ ਕਿਤੇ 에ਅਰ ਟਾਈਟ ਤੋਂ ਬਾਹਰ ਆਵਾਜ਼ ਹੀ ਨਾ ਜੇ, ਪਰਦੇ ਨਾ ਫਟ ਜਾਣ,
ਤੇ ਇੱਥੋਂ ਜਹਾਜ਼ ਲੰਘਦੇ ਆ ਜੀ, ਕਿੰਨੇ ਉੱਚੇ ਹੁੰਦੇ ਆ, ਤੇ ਫੋਨ ਤੇ ਵੀ ਗੱਲ ਨਹੀਂ ਹੋ ਸਕਦੀ, ਕੋਲ ਬੈਠੇ ਨੂੰ ਵੀ ਸੁਣ ਨਹੀਂ ਸਕਦੇ। ਕਾਰਨ ਕਿਉਂਕਿ ਜ਼ਿਆਦਾ ਉਚਾਈ ਤੇ ਆ। ਜਦੋਂ ਪਰਬਤਾਂ ਦੀ ਉਚਾਈ ਘੱਟ ਹੋਵੇ ਤੇ ਫਿਰ ਬੋਲਾ ਸੁਣਦਾ ਹੈ। ਹਰੇਕ ਪਰਬਤ ਦੀ ਆਪਣੀ ਆਪਣੀ ਡੈਫੀਸ਼ੀਐਂਸੀ ਹੁੰਦੀ ਹੈ, ਕਿਸੇ 'ਚ ਘੱਟ ਹੈ, ਕਿਸੇ 'ਚ ਵੱਧ ਹੈ, ਉਹ ਗੁਣਵੱਤਾ। ਹੁਣ ਇੱਥੇ ਪਰਬਤਾਂ ਦੀ ਜਿੱਥੇ ਸਤਿਗੁਰ ਬੈਠੇ ਆ ਬਰਫ਼ ਹੈ, ਕਿਉਂਕਿ ਬਰਫ਼ 'ਚ ਆਵਾਜ਼ ਦੂਰ ਤੱਕ ਜਾਂਦੀ ਹੈ। ਤੇ ਜੇ ਪਹਾੜਾਂ ਤੇ ਬਰਫ਼ ਨਾ ਹੋਵੇ ਤੇ ਉੱਥੇ ਸੁੰਨਪਣ ਹੁੰਦਾ, ਨਾ ਬਨੈਸ ਹੁੰਦੀ ਜਾਂਦਾ। ਉੱਚੀ ਆਵਾਜ਼ ਵਿੱਚ ਗੋਰਖਨਾਥ ਭਰਥਰੀ ਨੂੰ ਕਹਿੰਦੇ ਆ। ਹੁਣ ਭਰਥਰੀ ਦਾ ਬਚਨ ਮੰਨਣ ਦਾ ਇਰਾਦਾ ਕੀ ਹੈ? ਕਿਉਂਕਿ ਗੁਰੂ ਹੈ, ਜੋ ਗੁਰੂ ਕਹੇਗਾ ਮੰਨਣਾ ਹੈ। ਕਹਿੰਦਾ ਭਰਥਰੀ ਜੀ ਇੱਦਾਂ ਕਰੋ, ਨਾਨਕ ਜੀ ਸਾਡੀ ਜਮਾਤ ਵਿੱਚ ਆਏ ਨੇ, ਸਿੱਧਾਂ ਦੀਆਂ ਜਮਾਤਾਂ ਹੁੰਦੀਆਂ, ਆਪਾਂ ਕਲਾਸਾਂ ਕਹਿੰਦੇ ਨੇ। ਕਹਿੰਦੇ ਇਹਨਾਂ ਨੂੰ ਨਾ ਐਸਾ ਪਿਆਲਾ ਪਿਲਾਓ ਮਦਹੋਸ਼ ਹੋ ਜਾ। ਪਿਆਲਾ ਜਾਮ ਕਿਹਦਾ ਹੁੰਦਾ? ਸ਼ਰਾਬ ਦਾ। ਪਿਆਲਾ ਪੀਤਾ ਉਹ ਕੀ ਹੁੰਦਾ? ਸ਼ਰਾਬ। ਜਾਮ ਪੀਣੀ ਹੈ ਉਹ ਕੀ ਹੁੰਦਾ? ਸ਼ਰਾਬ। ਆ ਪਿੱਛੇ ਜੇ ਇੱਕ ਡੱਫਰ ਜੇ ਸਾਧ ਨੇ ਕੰਮ ਨਹੀਂ ਸ਼ੁਰੂ ਕੀਤਾ ਸੀ, ਜਾਮ ਇੰਸਾ। ਉਸ ਬੇਵਕੂਫ ਨੂੰ ਇਹ ਨਹੀਂ ਸੀ ਪਤਾ ਵੀ ਇੰਸਾ ਤੇ ਇਨਸਾਨ ਬਣਾ ਲਿਆ, ਪਰ ਜਾਮ ਤੇ ਸ਼ਰਾਬ ਹੀ। ਜਾਮ ਦਾ ਤੇ ਅਰਥ ਹੀ ਸ਼ਰਾਬ ਹੈ। ਲੋਕੀ ਜਾਮ ਨਾਲ ਜਾਮ ਟਕਰਾਉਂਦੇ ਆ। ਉਹਨਾਂ ਨੇ ਕਿਹਾ ਵੀ ਗੁਰੂ ਨਾਨਕ ਸਾਹਿਬ ਨੂੰ ਜਾਮ ਪਿਲਾਓ। ਭਰਤਰੀ ਕਹਿੰਦਾ ਗੁਰੂ ਜੀ ਸੱਤ ਵਜੇ ਕਿਉਂ ਜਾ ਰਿਹਾ ਭਰਤਰੀ? ਉਹਨੂੰ ਤੇ ਪਤਾ ਹੈ, ਰੱਬ ਨੇ ਪਤਾ ਸਾਰਾ ਕੁਝ ਹੈ। ਉਹ ਜਾਣਦਾ ਏ ਕਿਸੇ ਬਹਾਨੇ ਇਸ ਰੱਬ ਦੇ ਕੋਲ ਇਹਨਾਂ ਦੀ ਮਤ ਸੂਤ ਆ ਜੇ। ਆਖੋ ਸਤਨਾਮ। ਮੈਨੂੰ ਕੀ ਫਰਕ ਹੈ? ਜਿਵੇਂ ਕੋਈ ਰਲ ਕੇ ਗੇਮ ਖੇਡਦਾ ਨਾ, ਉਹ ਸ਼ਰਧਾ 'ਚ ਗੁਰੂ ਸਾਹਿਬ ਨਾਲ ਲੱਗਾ ਹੋਇਆ। ਉਹ ਕਹਿੰਦਾ ਜਾਓ ਜਾਮ ਲੈ ਕੇ ਆਓ, ਸ਼ਰਾਬ ਲੈ ਕੇ ਆਓ। ਸਿੱਧਾਂ ਕੋਲ ਇੱਕ ਕਲਾ ਸੀ, ਉਸ ਬਰਫ਼ ਵਿੱਚ ਸ਼ਰਾਬ ਵੀ ਜੰਮਦੀ ਨਹੀਂ ਸੀ, ਕਿਉਂਕਿ ਸ਼ਰਾਬ ਦੀ ਇੱਕ ਗੁਣਵੱਤਾ ਏ, ਜੰਮਦੀ ਨਹੀਂ ਹੁੰਦੀ, ਚਿੱਲ ਨਹੀਂ ਹੁੰਦੀ। ਠੰਡੀ ਜ਼ਰੂਰ ਹੋ ਜਾਏਗੀ, ਜੇ ਕਹੋਗੇ ਨਾ ਸਨੋ ਬਣ ਜੇ, ਬਰਫ਼ ਬਣ ਜੇ, ਨਹੀਂ ਬਣਦੀ। ਹੁਣ ਇਹਨਾਂ ਨੇ ਜਦੋਂ ਹੁਕਮ ਕੀਤਾ ਗੋਰਖਨਾਥ ਨੇ, ਕਹਿੰਦੇ ਇਹਨਾਂ ਨੂੰ ਪਿਆਲਾ ਪਿਲਾਓ ਵੱਡਾ ਸਾਰਾ। ਇਹ ਮਸਤ ਹੋਣਗੇ ਨਾ, ਅੰਦਰ ਦੀ ਗੱਲ ਕਹਿਣਗੇ। ਸ਼ਰਾਬੀ ਬੰਦਾ ਸਿਰਫ ਜਦੋਂ ਸ਼ਰਾਬ ਪੀਂਦਾ ਉਦੋਂ ਸੱਚ ਬੋਲਦਾ, ਸਾਰਾ ਦਿਨ ਬੇਈਮਾਨੀ ਤੇ ਹੁੰਦਾ ਹੈ, ਸਾਰਾ ਦਿਨ ਛਲ ਫਰੇਬ ਝੂਠ ਬੋਲੇਗਾ। ਪਰ ਜਿਸ ਵੇਲੇ ਉਹਨੇ ਪੀਤੀ ਹੋਏਗੀ ਨਾ, ਉਸ ਵੇਲੇ ਉਹ ਆਪਣੇ ਦਿਲ ਦੀ ਗੱਲ ਕਹਿੰਦਾ। ਜੇ ਕਿਸੇ ਨੂੰ ਗਾਲਾਂ ਕੱਢਦਾ, ਸਮਝੋ ਅੰਦਰ ਨਫ਼ਰਤ ਭਰੀ ਹੈ। ਸੋਫੀ ਹੋ ਕੇ ਜੇ ਜੀ ਕਰਦਾ ਫਿਰਦਾ ਹੈ, ਉਹ ਟਕਾਉਂ ਰਚਦਾ ਹੈ, ਪਖੰਡ ਕਰਦਾ, ਡਰਾਮੇ ਕਰਦਾ ਹੈ। ਕਿਉਂਕਿ ਨਸ਼ਾ ਕੋਈ ਵੀ ਹੈ, ਨਸ਼ੇ 'ਚ ਬੰਦੇ ਨੂੰ ਆਪਣੇ ਆਪ ਦੀ ਸੁੱਧ ਨਹੀਂ ਹੁੰਦੀ, ਇਸ ਕਰਕੇ ਉਹ ਆਪਣੇ ਨੂੰ ਵੀ ਗਾਲਾਂ ਕੱਢ ਪੈਂਦਾ, ਜਿਹਨੂੰ ਲੋਕਾਂ ਚਾਰੂ ਆਪਣਾ ਕਹਿੰਦਾ ਸੀ। ਸਿੱਧਾਂ ਨੇ ਗੇਮ ਖੇਡਣੀ ਚਾਹੀ ਵੀ ਜਦੋਂ ਇਹਨਾਂ ਨੂੰ ਪਿਆਲਾ ਪਿਲਾਵਾਂਗੇ, ਇਹਨਾਂ ਦੇ ਅੰਦਰ ਜੋ ਹੋਊਗਾ ਬਾਹਰ ਨਿਕਲੂ, ਮਦ ਮਸਤ ਹੋਣਗੇ, ਆਪਣੇ ਆਪ ਦੀ ਸੋਝੀ ਨਹੀਂ ਹੋਣੀ। ਕਹਿੰਦੇ 2-3 ਪਿਆਲੇ ਲੈ ਆਓ, ਇਹਨਾਂ ਤਿੰਨਾਂ ਨੂੰ ਪਿਲਾ ਦਿਓ। ਕਬਿਤ ਆਨਿਓ ਤਬ ਧਾਏ ਗੁਰੂ, ਅਗਰਜ ਬਣਾਏ ਰੱਖਿਓ, ਪੂਜੈ ਮਤਵਾਲਾ ਬਾਲੇ, ਜਾਕੋ ਅਬ ਪੀਜੀਏ। ਉਸੇ ਵੇਲੇ ਭਰਥਰੀ ਆਪਣੇ ਚੇਲਿਆਂ ਨੂੰ ਨਾਲ ਲੈ ਕੇ ਗਏ, ਗੁਰੂ ਨਾਨਕ ਸਾਹਿਬ ਜੀ ਦੇ ਵਾਸਤੇ ਪਿਆਲਾ ਤਿਆਰ ਕੀਤਾ ਸ਼ਰਾਬ ਦਾ। ਹੁਣ ਉਦੋਂ ਕਿਹੜਾ ਕੋਈ ਕੰਪਨੀ ਜਾਂ ਬ੍ਰਾਂਡ ਸੀ, ਘਰ ਦੀ ਕੱਢੀ ਸੀ। ਚੁੱਕ ਲਿਆਏ, ਲਿਆ ਕੇ ਮਰਦ ਦੇ ਸਾਹਮਣੇ। ਸਤਿਗੁਰ ਕਹਿੰਦੇ ਇਹ ਕੀ? ਕਹਿੰਦੇ ਬਾਬਾ ਜੀ ਪੀਓ, ਇਹ ਜਾਮ ਹੁੰਦਾ ਏ। ਜਿਵੇਂ ਚਰਚ ਵਿੱਚ ਜਾਓ ਵਾਈਨ ਪਿਲਾਉਂਦੇ ਆ ਨਾ, ਲੱਖ ਕੋਈ ਕਹੀ ਜਾਏ ਵਾਈਨ ਸ਼ਰਾਬ ਨਹੀਂ, ਪਰ ਜਦ ਉਹਦੀ ਗੁਣਵੱਤਾ ਚੈੱਕ ਕਰੋਗੇ ਨਾ ਪੈਰਾਮੀਟਰ ਤੇ, ਵਾਈਨ ਦਾ ਅਰਥ ਹੀ ਸ਼ਰਾਬ ਹੁੰਦਾ ਹੈ। ਲੱਖ ਕੋਈ ਕੁਝ ਕਹੀ ਜਾਏ ਪੀਣ ਵਾਲਾ ਵੀ ਇਹ ਨਹੀਂ ਹੁੰਦਾ, ਬੀਅਰ ਸ਼ਰਾਬ ਨਹੀਂ, ਫਲਾਣੀ ਸ਼ਰਾਬ ਨਹੀਂ, ਇਹ ਸਾਰੀਆਂ ਸ਼ਰਾਬ ਦੀਆਂ ਗੁਣਵੱਤਾਵਾਂ ਨੇ, ਉਹਦੇ ਹੀ ਤੱਤ ਨੇ। ਅਲਕੋਹਲ ਜਿਹੜੀ ਚੀਜ਼ ਵਿੱਚ ਆ ਗਿਆ ਉਹ ਕੰਮ ਨਹੀਂ ਕਰੇਗਾ। ਅਲਕੋਹਲ ਨਕਲਾਂ ਸੁਣ ਕੇ ਵੇਖ ਲਓ, ਆ ਸੈਨੀਟਾਈਜ਼ਰ ਹੈ, ਕਈ ਲੋਕਾਂ ਨੇ ਇਹੀ ਪੀ ਲਿਆ, ਇਹਦੇ ਨਾਲ ਨਸ਼ਾ ਚੜਿਆ ਫਿਰਦਾ। ਹੱਥ ਧੋ ਕੇ ਬਾਰ-ਬਾਰ, ਅੱਧੇ ਲੋਕ ਤੇ ਨਸ਼ੇ 'ਚ ਹੀ ਤੁਰੇ ਫਿਰਦੇ ਸੀ, ਉਹਨਾਂ ਸੁਣਦੇ ਕਿ ਨਾ ਮੰਨਦੇ ਕਿਸੇ, ਕਿਉਂਕਿ ਸੈਨੀਟਾਈਜ਼ਰ ਇੱਕ ਅਲਕੋਹਲ ਹੈ, ਪਿਓਰ ਨਹੀਂ ਹੈ, ਜਿਹਦੇ ਵਿੱਚ 30 ਤੋਂ 45% ਅਲਕੋਹਲ ਹੈ, ਬਾਕੀ ਪਾਣੀ ਨਹੀਂ ਹੈ। ਇੱਥੇ ਤੇ ਹੱਥ ਧੋ ਕੇ ਲੋਕ ਮਸਤ ਹੋਏ ਫਿਰਦੇ ਸੀ, ਸੁਣਦੇ ਸੀ ਕਰੋਨਾ ਟਾਈਮ ਕਿਸੇ ਅਸਰ ਸੀ ਉਹਦਾ। ਹੁਣ ਜਦੋਂ ਸਤਿਗੁਰਾਂ ਦੇ ਸਾਹਮਣੇ ਲਿਆ ਕੇ ਉਹਨਾਂ ਪਿਆਲਾ ਰੱਖਿਆ, ਕਿਉਂਕਿ ਸਿੱਧਾਂ ਵਾਸਤੇ ਸ਼ਰਾਬ ਮਾੜੀ ਨਹੀਂ, ਉਹ ਭਗਤੀ ਕਰਦੇ ਆ। ਉਹਨਾਂ ਨੂੰ ਲੱਗਦਾ ਹੈ ਵੀ ਸ਼ਾਇਦ ਇਸ ਪਿਆਲੇ ਦੁਆਰਾ ਸਾਡੀ ਸੁਰਤ ਇਕਾਗਰ ਹੁੰਦੀ, ਅਸੀਂ ਬੇਪਰਵਾਹ ਹੁੰਨੇ ਆ। ਪਰ ਗੁਰੂ ਸਾਹਿਬ ਦਾ ਤੇਰਾ ਹੋਰ ਹੈ, ਨਾਮ ਕੁਮਾਰੀ ਨਾਨਕਾ ਚੜੀ ਰਹੇ ਦਿਨ। ਇੱਥੇ ਤੇ ਪੋਸਤ ਭੰਗ ਅਫੀਮ ਡੋਡੇ ਦੇ ਨਸ਼ੇ ਦੀ ਗੱਲ ਥੋੜਾ ਕੀਤੀ, ਕਿਸੇ ਸ਼ਰਾਬ ਦੀ ਗੱਲ ਥੋੜਾ ਹੈ।
ਮਹਾਰਾਜ ਕਹਿੰਦੇ ਤੇ ਰਾਤੀ ਪੀਤਿਆਂ ਸਵੇਰੇ ਲੱਥ ਜਾਣਗੀਆਂ, ਨਾਮ ਦਾ ਨਸ਼ਾ ਨਹੀਂ ਲੱਥਦਾ, ਉਹ ਤੇ ਸਦਾ ਹੀ ਰਹਿੰਦਾ, ਸਰੂਰ ਹੀ ਰਹਿੰਦਾ। ਸਤਿਗੁਰਾਂ ਦੇ ਸਾਹਮਣੇ ਜਦੋਂ ਪਿਆਲੇ ਰੱਖ ਤੇ ਜਾਮ ਦੇ ਵੀ ਇੱਕ ਇੱਕ ਪੀ ਲਓ। ਹੁਣ ਜਿਹੜਾ ਜਾਮ ਆ ਉਹ ਸਾਰਾ ਪੀਤਾ ਜਾਂਦਾ। ਪੁਰਾਣੇ ਰਾਜੇ ਮਹਾਰਾਜੇ ਜਿੰਨੇ ਅਕਬਰ ਵੇਲੇ ਤੋਂ ਹੋਏ ਆ, ਚੰਗੇਜ਼ ਖਾਨ ਤੋਂ ਲੈ ਕੇ ਜਿੰਨੇ ਪੁਰਾਣੇ ਤੋਂ ਪੁਰਾਣੇ, ਭਾਵੇਂ ਅੱਜ ਦੇ ਆ ਭਾਵੇਂ ਸਿੱਧੂ ਘਾਟੀ ਦੀ ਸਭਿਆ ਤੋਂ ਬਾਅਦ ਦੇ ਜਿਹੜੇ ਲੋਕ ਸੀ ਉਹ ਜਾਮ ਪੀਣ ਲੱਗ, ਸ਼ਰਾਬ। ਹੁਣ ਤੇ ਚਲੋ ਕਹਿੰਦੇ ਆ ਨਾ ਐਨੇ ML ਪੀਓ, ਫਲਾਣਾ ਪੀਓ, ਇਹ ਕਰੋ ਉਹ ਕਰੋ, ਇੱਕ ਪੈਗ ਦੋ ਪੈਗ ਗੱਲਾਂ ਕਰਦੇ ਲੋਕੀ, ਪਰ ਨਹੀਂ, ਜਾਮ 'ਚ ਕੋਈ ਪੈਗ ਨਾਮ ਦੀ ਚੀਜ਼ ਨਹੀਂ ਹੁੰਦੀ। ਜਾਮ ਪੂਰੇ ਦਾ ਪੂਰਾ ਪੀਣਾ ਪੈਂਦਾ, ਉਹ 'ਚ ਕੋਈ ਮਾਤਰਾ ਨਹੀਂ ਹੈ। ਤੇ ਜਦ ਕੋਈ ਉਹਨੂੰ ਪੀ ਲੈਂਦਾ, ਮਦ ਮਸਤ ਹੋ ਜਾਂਦਾ ਹੈ, ਉਹ ਆਪਣਾ ਆਪ ਖੋ ਲੈਂਦਾ, ਉਹਨੂੰ ਪਤਾ ਹੀ ਨਹੀਂ ਲੱਗਦਾ ਬੈਠਾ ਕਿੱਥੇ। ਇਹ 'ਚ ਕਈ ਤਰ੍ਹਾਂ ਦੀਆਂ ਅਵਸਥਾ, ਇੱਕ ਵਾਰ ਪੀ ਕੇ ਪਿੰਡ ਮਿੱਤਰਾਂ ਦਾ ਲੱਗਦਾ, ਦੂਜੀ ਵਾਰੀ ਛਿੱਤਰਾਂ ਦਾ ਵੀ ਹੋ ਜਾਂਦਾ, ਤੀਜੀ ਵਾਰੀ ਆਪਣੇ ਪਰਾਏ ਦੀ ਪਛਾਣ ਨਹੀਂ ਹੁੰਦੀ। ਮਰਦ ਬਾਣੀ 'ਚ ਲਿਖਦੇ ਆ ਨਾ, ਜਿਤ ਪੀਤੇ ਮਤ ਦੂਰ ਹੋਏ, ਬਲ ਹੋਏ ਵਿੱਚ ਆਏ, ਆਪਣਾ ਪਰਾਇਆ ਨਾ ਪਛਾਣੇ, ਖਸਮੋਂ ਧੱਕੇ ਖਾਏ। ਸ਼ਰਾਬ ਪੀਣ ਵਾਲਾ ਸ਼ਰਾਬੀ ਬੰਦਾ ਧੀ ਭੈਣ ਦੀ ਇੱਜ਼ਤ ਦਾ ਸਾਂਝੀ ਨਹੀਂ ਹੁੰਦਾ, ਉਹਦਾ ਕੋਈ ਪਤਾ ਨਹੀਂ ਕਦੋਂ ਕੀ ਬੋਲਦਾ ਤੇ ਕੀ ਕਹਿ। ਤੇ ਆ ਜਿਹੜੇ ਸਿੱਧ ਸੀ, ਇਹਨਾਂ 'ਚ ਇੱਕ ਕੁਆਲਿਟੀ ਸੀ, ਸ਼ਰਾਬ ਪੀਂਦੇ ਆ। ਮੈਂ ਇੱਥੇ ਕੋਈ ਸ਼ਰਾਬ ਨੂੰ ਪ੍ਰਮੋਟ ਨਹੀਂ ਕਰਦਾ, ਗੱਲ ਕਰ ਰਿਹਾ ਬੜੇ ਤਰੀਕੇ ਵੀ ਪੀਂਦੇ ਤੇ ਸ਼ਰਾਬ ਨੇ, ਪਰ ਸ਼ਰਾਬੀ ਬੰਦਾ ਤੇ ਕਾਮੀ ਹੁੰਦਾ। ਸਿੱਧ ਕਾਮੀ ਕਿਉਂ ਨਹੀਂ? ਸਿੱਧ ਜਤੀ ਸਾਗਰ ਜਾਮ ਆ ਨਾ ਜਿਹੜਾ, ਜਦੋਂ ਪੀ ਲੈਂਦੇ ਆ ਉਹ ਪੀ ਕੇ ਸੌਂਦੇ ਨਹੀਂ, ਉਹ ਆਪਣੀ ਸੁਰਤ ਚੜਾਉਂਦੇ ਸੀ। ਸੁਰਤ ਐਸੀ ਚੜ੍ਹਨੀ, ਸਰੀਰ ਦੀ ਸੁੱਧ ਬੁੱਧ ਕੋਈ ਨਹੀਂ ਰਹਿੰਦੀ। ਨਸ਼ਾ ਤੇ ਨਸ਼ਾ ਹੀ ਹੈ, ਅੱਜ ਵੀ ਮਾੜਾ ਹੈ, ਕੱਲ ਵੀ ਮਾੜਾ ਹੈ, ਸਦਾ ਹੀ ਮਾੜਾ ਹੈ। ਜੋ ਗੱਲ ਗੁਰਬਾਣੀ ਨੇ ਕਹਿਤੀ ਨਾ ਵੀ ਦੂਰ ਰਹੋ ਇਹ ਤੋਂ ਭਾਈ, ਸਦਾ ਹੀ ਦੂਰ ਰਹੋ, ਹੱਥ ਵੀ ਨਾ ਲਾਓ, ਕਿਉਂਕਿ ਹੱਥ ਲਾਉਣਾ ਵੀ ਗੁਨਾਹ ਤੇ ਪਾਪ ਹੀ ਹੈ। ਜੋ ਚੀਜ਼ ਅਸੀਂ ਵਰਤ ਨਹੀਂ ਸਕਦੇ ਤੇ ਫਿਰ ਪਾਪ ਆ। ਤੁਸੀਂ ਕਹੋਗੇ ਪਾਪ ਕਿਵੇਂ ਹੈ? ਇੱਕ ਬੰਦੇ ਦੀ ਗਰਦਨ ਵੱਡੀ ਸੜਕ ਤੇ ਪਈ ਹੈ, ਵੱਢਣ ਵਾਲਾ ਭੱਜ ਗਿਆ। ਸੁਣਿਓ, ਤੁਸੀਂ ਹੈਲਪ ਕਰਨ ਵਾਸਤੇ ਗਏ, ਹੱਥ ਲਾ ਲਏ, ਉੱਥੇ ਚਾਕੂ ਪਿਆ, ਪਿਸਟਲ ਜੋ ਵੀ ਪਿਆ, ਹੱਥ ਲਾ ਲਏ, ਭੱਜਣ ਵਾਲਾ ਤੇ ਭੱਜ ਗਿਆ। ਫਿੰਗਰਪ੍ਰਿੰਟ ਕਿਹਦੇ ਰਹਿ ਗਏ? ਸਮਾਜ ਸੇਵੀ ਦੇ। ਖੂਨ ਕਿਹਦੇ ਕੱਪੜਿਆਂ ਨੂੰ ਲੱਗਿਆ? ਸਮਾਜ ਸੇਵੀ ਦੇ। ਕਾਤਲ ਕੌਣ ਹੈ? ਕੀਤਾ ਤੇ ਹੈ ਨਹੀਂ, ਮਾਰਿਆ ਤੇ ਹੈ ਨਹੀਂ, ਪਰ ਇਹ ਨਾਮ ਕਿਉਂ ਪੈ ਗਿਆ? ਬੜੇ ਲੋਕੀ ਮਦਦ ਕਰਦੇ ਫਸ ਜਾਂਦੇ ਆ, ਬਸ ਇਹੀ ਪਾਪ ਹੈ। ਕੀਤਾ ਕਿਸੇ ਨੇ ਕਰਕੇ ਕੋਈ ਲੰਘ ਗਿਆ, ਕੋਲੇ ਹੱਥ ਲਾਉਣ ਵਾਲਾ ਕੋਈ ਧੱਕੇ ਚੜ ਗਿਆ। ਸ਼ਰਾਬ ਮਾਸ ਖਾਣ ਵਾਲਾ ਤੇ ਪਾਪੀ ਹੈ, ਉਹ ਇਹਨਾਂ ਨੂੰ ਹੱਥ ਲਾਉਣ ਵਾਲੇ ਦੇ ਵੀ ਸਿਰ ਗੁਨਾਹ ਚੜਦਾ। ਹੋ ਸਤਿਨਾਮ। ਜਿਵੇਂ ਇੱਕ ਕਾਤਲ ਭੱਜਿਆ ਤੇ ਫਸਿਆ ਕੋਈ ਹੋਰ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਮੁਸਕਰਾ ਪਏ, ਵੇਖ ਹੱਸ ਪਏ ਤੇ ਭਰਥਰੀ ਕਹਿੰਦੇ ਪੀ ਲਓ ਜੀ। ਹੁਣ ਸ਼ਰਾਬ ਮਾੜੀ ਹੈ, ਸਿੱਖ ਧਰਮ 'ਚ ਵਰਜਿਤ ਹੈ, ਕੁਰੈਤ ਹੈ। ਮਾਸ ਖਾਣਾ, ਸ਼ਰਾਬ ਪੀਣਾ, ਸਿਗਰਟ ਨੋਸ਼ੀ ਕਰਨੀ, ਇਹ ਪੜ੍ਹੋ ਤੇ ਸਹੀ। ਗੁਰੂ ਕਲਗੀਧਰ ਜੀ ਨੇ ਕੀ ਕੀ ਲਿਖਿਆ ਸੀ। ਐਵੇਂ ਲੋਕਾਂ ਨਾਲ ਲੜਦੇ ਫਿਰਦੇ ਆ, ਫਲਾਣੇ ਨੇ ਆਹ ਕਹਿਤਾ ਮੈਨੂੰ ਚੰਗਾ ਨਹੀਂ ਲੱਗਦਾ, ਫਲਾਣੇ ਨੇ ਇਹਦੇ ਬਾਰੇ ਬੋਲਤਾ ਮੈਨੂੰ ਚੰਗਾ ਨਹੀਂ ਲੱਗਦਾ। ਸੱਚੀ ਗੱਲ ਹੈ, ਇੱਕ ਚੀਜ਼ ਵੇਖੀ ਆ ਵੀ ਰਹਿਤ ਮਰਿਆਦਾ ਤੋਂ ਨਾ ਸਾਨੂੰ ਬੜਾ ਸੇਕ ਪੈਂਦਾ। ਸਾਨੂੰ ਨਾ ਬਸ ਕਾਵਾਂ ਚਿੜੀਆਂ ਦੀਆਂ ਸਾਖੀਆਂ ਚੰਗੀਆਂ ਲੱਗਦੀਆਂ। ਗੁਰੂ ਗੋਬਿੰਦ ਸਿੰਘ ਕੀ ਕਹਿੰਦੇ? ਉਹ ਚੰਗਾ ਨਹੀਂ ਲੱਗਦਾ, ਕਿਉਂਕਿ ਅਸੀਂ ਕਰ ਹੀ ਨਹੀਂ ਸਕਦੇ, ਕੋਸ਼ਿਸ਼ ਵੀ ਨਹੀਂ ਕਰਦੇ। ਸਤਿਗੁਰਾਂ ਨੂੰ ਕਹਿੰਦੇ ਮਰਦ ਪੀ ਲਓ। ਮਰਦ ਕਹਿੰਦੇ ਕੀ ਹੁੰਦਾ ਹੈ? ਕਹਿੰਦੇ ਜੀ ਮਸਤੀ ਆ ਜੂਗੀ, ਸਰੂਰ ਆ ਜੂਗਾ। ਫੇਰ ਤੁਸੀਂ ਆਪਣੇ ਦਿਲ ਦੀਆਂ ਵਿਚਾਰਾਂ ਸਾਡੇ ਸਾਹਮਣੇ ਰੱਖ ਦਿਓ। ਸ਼੍ਰੀ ਗੁਰਬਖਾਨੀ ਏਕੈ ਸਿਆਨਿਓ ਪਾਣੀ ਤੁਮ, ਗੋਰਖ ਕਹਿਤ ਪੀਵ ਲਿਵ ਕੁਲ ਗੀਜੀਏ। ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਭਰਥਰੀ ਆ ਪਾਣੀ ਕੀ ਰੱਖਤਾ ਸਾਡੇ ਅੱਗੇ ਲਿਆ ਕੇ? ਤਰਜਮੀ ਜਾਣਦੇ ਤੇ ਸਾਰਾ ਕੁਝ ਨੇ। ਪਿਓਰ ਅਲਕੋਹਲ ਦਾ ਰੂਪ ਪਾਣੀ ਹੁੰਦਾ ਹੈ, ਪਾਣੀ ਵਰਗਾ ਕ੍ਰਿਸਟਲਾਈਟ ਹੁੰਦਾ ਹੈ। ਤੇ ਬਾਕੀ ਜਿਹੜੇ ਵਾਈਨ ਨੇ ਇਹਨਾਂ 'ਚ ਰੰਗ ਕੀ? ਉਹ ਫਲੇਵਰ ਨੇ, ਅਲੱਗ-ਅਲੱਗ ਰੰਗ ਦਿੱਤੇ ਜਾਂਦੇ ਆ, ਕਿਸੇ 'ਚ ਕੋਈ ਸਕਦਾ, ਕਿਸੇ 'ਚ ਕੋਈ, ਕਿਉਂਕਿ ਗੁਰੂ ਸਾਹਿਬ ਨੇ ਕੱਲ੍ਹ ਨੂੰ ਸਾਰਾ ਕੁਝ ਹੀ ਦੱਸਣਾ ਹੈ। ਸਿੱਧ ਤੇ ਆਪਣਾ ਸਵਾਲ ਕਰਦੇ, ਮਰਦ ਕਹਿੰਦੇ ਪਾਣੀ ਕਿਉਂ ਰੱਖਦਾ ਸਾਡੇ ਅੱਗੇ? ਇੰਨੀ ਠੰਡ 'ਚ ਪਾਣੀ ਕਿਉਂ ਪੀਣਾ ਹੈ? ਅੱਗੋਂ ਗੋਰਖਨਾਥ ਕਹਿੰਦਾ ਬਾਬਾ ਪਾਣੀ ਨਹੀਂ, ਇਹਨੂੰ ਇੱਕ ਘੁੱਟ ਪੀ ਕੇ ਵੇਖ, ਤੇਰੀ ਲਿਵ ਲੱਗ ਜੂਗਾ। ਸਤਿਨਾਮ। ਪੀਤੇ ਸਹੀ। ਸਮਾਂ ਸਮਾਪਤ ਹੈ। ਪੇਸ਼ਕਸ਼ ਕੀਤੀ ਗਈ ਪ੍ਰਾਹੁਣਚਾਰੀ ਦੀ ਸਿੱਧਾਂ ਵੱਲੋਂ। ਉਹ ਕਹਿੰਦੇ ਇੱਕ ਵਾਰ ਤੁਸੀਂ ਪੀਓ, ਸਾਡੀ ਸਭਾ 'ਚ ਬੈਠੋ ਤੇ ਜੀਓ। ਤੁਸੀਂ ਬੋਲਿਓ ਅਸੀਂ ਸੁਣਾਂਗੇ ਅਸੀਂ।
क्योंकि शराब पीण वाले विच एक गुण है भी वो सुनदा सुनदा किसी दी नहीं आखो सतनाम वो बोली हो जाता हुंदा है। विआह किसी दा होऊ मामा बन के नੱਚਦਾ शराबी हुंदा है। किसी नूं बुला दिओ चाहे कोई समान लाउण आया होवे पैलस दा मड़ जी शराब पिला दो भी नੱਚਦਾ फिरदा जिवें रिश्तेदार भुल जांदा सुध बुध सारा कुछ फिर बोलदा है ते फिर सेवा भी हुंदी है। ਉਹਨਾਂ ਨੇ ਵੇਖਿਆ ਵੀ ਜੇ ਇਹ ਪੀ ਲੈਣਗੇ ਨਾ ਛਕ ਲੈਣਗੇ ਚਲੋ ਛਕਣਾ ਸ਼ਬਦ ਕਾਹਨੂੰ ਕਹਿਣਾ ਹੈ ਕਿਉਂਕਿ ਜਾਮ ਨੂੰ ਤੇ ਛਕਣਾ ਕਹਿੰਦੇ ਆ ਪਰ ਸ਼ਰਾਬ ਨੂੰ ਛਕਣਾ ਥੋੜੀ ਕਹਿੰਦੇ ਪੀਣਾ ਕਹਿੰਦੇ ਆ। ਕਹਿੰਦੇ ਪੀ ਲੋ ਮਦ ਮਸਤ ਲਿਵ ਲੱਗੂ ਮਰਦ ਕਹਿੰਦੇ ਕਿਹਦੇ ਨਾਲ ਕਹਿੰਦੇ ਰੱਬ ਨਾਲ। ਵਾਹ ਜੇ ਸ਼ਰਾਬ ਕਰਕੇ ਲਿਵ ਰੱਬ ਨਾਲ ਜੁੜਦੀ ਹੁੰਦੀ ਤੇ ਗੁਰੂ ਨਾਨਕ ਸਾਹਿਬ ਤੇ ਸਤਿਗੁਰਾਂ ਨੂੰ ਬਾਣੀ 'ਚ ਕਾਹਨੂੰ ਲਿਖਣਾ ਪੈਂਦਾ। ਮਰਦ ਕਹਿੰਦੇ ਤੇ ਪਾਪ ਹੈ ਇਹ ਤੇ ਗੁਨਾਹ ਹੈ। ਜਿਵੇਂ ਜਿਵੇਂ ਸਵਾਲ ਜਵਾਬ ਆਉਣਗੇ ਕਿਉਂਕਿ ਸਿੱਧਾ ਨੇ ਆਪਣੇ ਵੱਲੋਂ ਤੇ ਬਹੁਤ ਵੱਡੀ ਪੇਸ਼ਕਸ਼ ਕੀਤੀ ਪਰ ਗੁਰੂ ਲਈ ਗੁਨਾਹ ਏ ਇਹ ਸ਼ੈਤਾਨ ਦਾ ਖਾਣਾ ਏ ਸ਼ਰਾਬ ਰੱਬ ਦੇ ਪਿਆਰਿਆਂ ਦਾ ਨਹੀਂ। ਜੋ ਜੋ ਹੋਏਗਾ ਜੀ ਕੱਲ ਆਨੰਦ ਮਾਣਾਂਗੇ। ਵਾਹਿਗੁਰੂ ਵਾਹਿ